ਹੈਲੋ ਦੋਸਤੋ, ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ। ਦੋਸਤੋ ਲੈ ਕੇ ਆਇਆ ਤੁਹਾਡੇ ਲਈ ਵੈਰੀ ਇੰਪੋਰਟੈਂਟ ਵਨ ਲਾਈਨਰ ਪ੍ਰਸ਼ਨ ਨੇ ਜਿਹੜੇ ਇਹਨਾਂ ਪ੍ਰਸ਼ਨਾਂ ਦੀ ਆਪਾਂ ਲੜੀ ਸ਼ੁਰੂ ਕੀਤੀ ਹੋਈ ਹੈ। 1500 ਪ੍ਰਸ਼ਨ ਕਰਵਾਉਣ ਦੀ ਲੜੀ ਆਪਣੀ ਸ਼ੁਰੂ ਹੋਈ ਹੈ। ਸੋ ਆਪਣਾ ਟੀਚਾ ਵੀ 1500 ਪ੍ਰਸ਼ਨ ਵਨ ਲਾਈਨਰ ਪ੍ਰਸ਼ਨ ਤੁਹਾਨੂੰ ਲੜੀ ਤਹਿਤ ਕਰਵਾਵਾਂਗੇ। ਜਿਹੜੇ ਆਪਾਂ ਇਹਦੇ ਨਾਲ ਪ੍ਰਸ਼ਨ ਕਰਦੇ ਹਾਂ, ਬੋਲ ਕੇ ਫੈਕਟ ਦੱਸਦੇ ਹਾਂ, ਉਹਨਾਂ ਦੇ ਨਾਲ ਤਾਂ ਇਹ 3000 4000 ਪ੍ਰਸ਼ਨ ਕਵਰ ਹੋ ਜਾਊਗਾ ਆਪਣਾ। ਸੋ ਬਹੁਤ ਸਾਰੇ ਲੈਕਚਰ ਨੇ ਜਿਹੜੇ ਵਨ ਲਾਈਨਰ ਪ੍ਰਸ਼ਨ ਕੇ ਦੇ ਨਾਲ ਸੰਬੰਧਿਤ ਆਪਣੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ, ਕਿਉਂਕਿ ਪੰਜਾਬ ਦੀਆਂ ਜਿੰਨੀਆਂ ਵੀ ਪੋਸਟਾਂ ਆਈਆਂ ਨਾ, ਸਾਰੀਆਂ ਪੋਸਟਾਂ ਦੇ ਵਿੱਚ ਕੇ ਦਾ ਪੋਰਸ਼ਨ ਲਗਭਗ ਪਾਇਆ ਹੋਇਆ। ਪੰਜਾਬ ਪੁਲਿਸ ਵਾਲਿਆਂ ਦੇ ਤਾਂ 35 ਨੰਬਰ ਦਾ, ਲਗਭਗ 35 ਨੰਬਰ ਦਾ ਪਾਇਆ ਹੋਇਆ ਕੇ ਦਾ ਪੋਰਸ਼ਨ। ਸੋ ਇਸ ਵੀਡੀਓ ਦੇ ਵਿੱਚ ਆਪਾਂ ਹਿਸਟਰੀ, ਪੋਲੀਟੀਕਲ, ਜੋਗਰਾਫੀ ਤਿੰਨਾਂ ਪੋਰਸ਼ਨ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਸੇ ਤਰ੍ਹਾਂ 1500 ਪ੍ਰਸ਼ਨ ਦੀ ਲੜੀ ਹੈ ਜਿਹੜੀ ਉਹ ਆਪਾਂ ਕੰਪਲੀਟ ਕਰਾਂਗੇ ਜਲਦੀ। ਲਗਭਗ 900 ਤੋਂ 1000 ਪ੍ਰਸ਼ਨ ਕਵਰ ਹੋ ਚੁੱਕੇ ਆਪਣਾ। ਪਹਿਲਾ ਪ੍ਰਸ਼ਨ ਸ਼ੁਰੂ ਕਰਦੇ ਹਾਂ। ਸੋ ਦੋਸਤੋ ਵੀਡੀਓ ਨੂੰ ਅਖੀਰ ਤੱਕ ਦੇਖਿਓ। ਵੀਡੀਓ ਦੇ ਅਖੀਰ 'ਚ ਜਾ ਕੇ ਤੁਹਾਨੂੰ ਅਹਿਸਾਸ ਹੋਊਗਾ ਵੀ ਤੁਸੀਂ ਕੁਛ ਕਰਿਆ, ਕੇ ਦਾ ਭੰਡਾਰਾ ਤੁਸੀਂ ਤੁਹਾਡੇ ਦਿਮਾਗ 'ਚ ਆਇਆਗਾ। ਸੋ ਲਾਈਕ ਸ਼ੇਅਰ ਕਰਿਓ। ਕਰਦੇ ਹਾਂ ਪਹਿਲਾ ਪ੍ਰਸ਼ਨ ਦੋਸਤੋ, ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਨੇ ਕੀਤੀ? ਵੈਰੀ ਇੰਪੋਰਟੈਂਟ ਹੈ ਜੀ, ਨਾਲੰਦਾ ਯੂਨੀਵਰਸਿਟੀ। ਨਾਲ ਹੀ ਇਹਦੇ ਇੱਕ ਯੂਨੀਵਰਸਿਟੀ ਸੀਗੀ ਵਿਕਰਮਸ਼ਿਲਾ। ਵਿਕਰਮਸ਼ਿਲਾ ਇਹ ਮਤਲਬ ਇਕੱਠੀਆਂ ਨਹੀਂ ਸੀਗੀਆਂ, ਪਰ ਇਹ ਦੋਨੇ ਮਸ਼ਹੂਰ ਨੇ, ਨਾਲੰਦਾ ਅਤੇ ਵਿਕਰਮਸ਼ਿਲਾ। ਨਾਲੰਦਾ ਦੀ ਜਿਹੜੀ ਸਥਾਪਨਾ ਸੀ ਉਹ ਕੁਮਾਰ ਗੁਪਤ ਨੇ ਕੀਤੀ ਸੀ। ਕੁਮਾਰ ਗੁਪਤ ਕੌਣ ਸੀ? ਗੁਪਤ ਸਾਮਰਾਜ ਦਾ ਸ਼ਾਸਕ ਸੀਗਾ। ਗੁਪਤ ਸਾਮਰਾਜ ਦਾ, ਗੁਪਤ ਵੰਸ਼ ਕਹਿ ਲਓ, ਗੁਪਤ ਸਾਮਰਾਜ ਕਹਿ ਲਓ। ਸੋ ਗੁਪਤ ਸਾਮਰਾਜ ਦੀ ਸਥਾਪਨਾ ਕੀਤੀ ਸੀ ਸ੍ਰੀ ਗੁਪਤ ਨੇ। ਸ੍ਰੀ ਗੁਪਤ ਨੇ ਇਹਦੀ ਸਥਾਪਨਾ ਕੀਤੀ ਗੁਪਤ ਸਾਮਰਾਜ ਦੀ। ਗਾਹਾਂ ਉਹਦੇ ਵਿੱਚ ਕੁਮਾਰ ਗੁਪਤ ਨਾਂ ਦਾ ਸ਼ਾਸਕ ਸੀ, ਉਹਨੇ ਨਾਲੰਦਾ ਯੂਨੀਵਰਸਿਟੀ ਬਣਾਈ। ਜਿਹੜੀ ਵਿਕਰਮਸ਼ਿਲਾ ਯੂਨੀਵਰਸਿਟੀ ਸੀ ਇਹ ਬਣਾਈ ਸੀਗੀ ਪਾਲ ਵੰਸ਼ ਦਾ ਇੱਕ ਸ਼ਾਸਕ ਸੀ, ਧਰਮਪਾਲ। ਸੋ ਦੋਨੇ ਯੂਨੀਵਰਸਿਟੀਆਂ ਦੇ ਨਾਲ ਇੱਕ ਗੱਲ ਮਿਲਦੀ ਆ ਕਿ ਇਹਨਾਂ ਨੂੰ ਅੱਗ ਲਾ ਦਿੱਤੀ ਸੀ। ਕਿਹਨੇ ਅੱਗ ਲਾਈ ਸੀ ਦੋਨਾਂ ਨੂੰ? ਇੱਕ ਮੁਹੰਮਦ ਗੌਰੀ ਦਾ ਦਾਸ ਸੀ। ਕੌਣ ਸੀਗਾ? ਅਖਤਿਆਰੁਦੀਨ ਮੁਹੰਮਦ ਬਿਨ ਬਖਤਿਆਰ ਖਿਲਜੀ। ਬੜਾ ਵੱਡਾ ਨਾਂ ਗਾ, ਸਾਰੀ ਹਿਸਟਰੀ ਦੇ ਵਿੱਚ ਸਾਰਿਆਂ ਤੋਂ ਵੱਡਾ ਨਾਮ ਇਸੇ ਇਨਸਾਨ ਦਾ, ਅਖਤਿਆਰੁਦੀਨ ਮੁਹੰਮਦ ਬਿਨ ਬਖਤਿਆਰ ਖਿਲਜੀ। ਲਿਖਿਆ ਵੀ ਨਹੀਂ ਜਾਣਾ, ਤੁਸੀਂ ਨੋਟ ਕਰ ਲਿਓ। ਸੋ ਇਸ ਬੰਦੇ ਨੇ, ਮੁਹੰਮਦ ਗੌਰੀ ਦਾ ਇਹ ਦਾਸ ਸੀ, ਨੌਕਰ ਸੀਗਾ, ਸੈਨਾਪਤੀ ਸੀ। ਉਹਨੇ ਇਹਨਾਂ ਨੂੰ ਅੱਗ ਲਾਤੀ ਸੀ ਦੋਨਾਂ ਯੂਨੀਵਰਸਿਟੀਆਂ ਨੂੰ। ਅਗਲਾ ਪ੍ਰਸ਼ਨ ਕਰਦੇ ਹਾਂ ਜੀ, ਜੈਨ ਧਰਮ ਦਾ ਮੋਢੀ ਕੌਣ ਸੀ? ਸੋ ਜੈਨ ਧਰਮ ਦੇ ਨਾਲ ਸੰਬੰਧਿਤ ਪੁੱਛੇ ਜਾਂਦੇ ਨੇ ਜੀ ਪ੍ਰਸ਼ਨ ਕਈ ਵਾਰ। ਜੈਨ ਧਰਮ ਦੇ ਵਿੱਚ 24 ਤੀਰਥੰਕਰ ਹੋਏ ਨੇ, ਇਹ ਗੱਲ ਯਾਦ ਰੱਖਣਾ। ਪਹਿਲਾ ਸੀ ਜਿਹੜਾ ਰਿਸ਼ਵਨਾਥ ਸੀ, ਜਿਹਨੇ ਮਤਲਬ ਜੈਨ ਧਰਮ ਨੂੰ ਚਲਾਇਆ, ਸ਼ੁਰੂ ਕਰਿਆ ਮਤਲਬ ਸਟਾਰਟਿੰਗ ਦੇ ਵਿੱਚ, ਜਿਹਨੂੰ ਮੋਢੀ ਕਿਹਾ ਜਾਂਦਾ ਹੈ। ਪਰ ਜਿਹੜਾ ਇਹਦਾ ਮੇਨ ਸੰਸਥਾਪਕ ਮੰਨਿਆ ਜਾਂਦਾ, ਜਿਹਨੇ ਜੈਨ ਧਰਮ ਨੂੰ ਅੱਗੇ ਵਧਾਇਆ, ਉਹ ਸੀਗਾ 24ਵਾਂ। ਕਿਹੜਾ? ਸਵਾਮੀ ਮਹਾਵੀਰ। ਸਵਾਮੀ ਮਹਾਵੀਰ ਮਤਲਬ 24ਵੇਂ ਤੀਰਥੰਕਰ ਸੀਗੇ ਜੈਨ ਧਰਮ ਦੇ। ਸੋ ਸਵਾਮੀ ਮਹਾਵੀਰ ਦਾ ਜਿਹੜਾ ਜਨਮ ਸੀ ਉਹ 599 ਈਸਾ ਪੂਰਵ ਦੇ ਵਿੱਚ ਹੋਇਆ ਸੀ। ਈਸਾ ਪੂਰਵ ਦੇ ਵਿੱਚ ਹੋਇਆ ਸੀ। ਜੈਨ ਧਰਮ ਦੇ ਮੁੱਖ ਸੰਸਥਾਪਕ ਸੀਗੇ। ਜੈਨ ਧਰਮ ਦਾ ਮੋਢੀ ਰਿਸ਼ਵਨਾਥ। 3 ਨੰਬਰ ਪ੍ਰਸ਼ਨ ਕਰਦੇ ਹਾਂ, ਕਿਹੜੇ ਕਾਲ ਨੂੰ ਸੁਨਹਿਰੀ ਕਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ? ਸੋ ਗੁਪਤ ਕਾਲ ਨੂੰ ਸੁਨਹਿਰੀ ਕਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਪਤ ਕਾਲ ਬਾਰੇ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ, ਸ੍ਰੀ ਗੁਪਤ ਨੇ ਇਹਦੀ ਸਥਾਪਨਾ ਕੀਤੀ ਸੀਗੀ। ਗੁਪਤ ਕਾਲ ਦੇ ਵਿੱਚ ਬਹੁਤ ਸਾਰੀਆਂ ਰਚਨਾਵਾਂ, ਬਹੁਤ ਸਾਰੇ ਮਹਾਨ ਇਸ ਜਿਹੜੇ ਰਾਜੇ ਨੇ ਇਹਦੇ ਵਿੱਚ ਹੋਏ ਨੇ। ਅਗਲਾ ਪ੍ਰਸ਼ਨ ਕਰਦੇ ਹਾਂ 4 ਨੰਬਰ ਪ੍ਰਸ਼ਨ। ਇੱਕ ਗੱਲ ਧਿਆਨ 'ਚ ਰੱਖਿਓ, ਗੁਪਤ ਕਾਲ ਦੇ ਸਮੇਂ ਜਿਹੜੇ ਗੁਪਤ ਕਾਲ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੇ ਸੋਨੇ ਦੇ ਸਿੱਕੇ ਚਲਾਏ ਸੀ। ਇਹ ਪੁੱਛਿਆ ਜਾਂਦਾ ਵੀ ਸੋਨੇ ਦੇ ਸਿੱਕੇ ਕਿਹੜੇ ਸਾਮਰਾਜ 'ਚ ਚਲਾਏ ਗਏ, ਕਿਹੜੇ ਵੰਸ਼ ਨੇ ਚਲਾਏ, ਕਿਹਨਾਂ ਨੇ ਚਲਾਏ? ਸੋ ਗੁਪਤ ਕਾਲ ਦੇ ਰਾਜਿਆਂ ਨੇ ਜਿਹੜੇ ਸੋਨੇ ਦੇ ਸਿੱਕੇ ਚਲਾਏ ਸੀ ਜੀ, ਇਹ ਧਿਆਨ 'ਚ ਰੱਖਿਓ। 4 ਨੰਬਰ ਪ੍ਰਸ਼ਨ, ਪਾਟਲੀਪੁੱਤਰ ਦਾ ਵਰਤਮਾਨ ਨਾਂ ਕੀ ਹੈ? ਪਟਨਾ ਜੀ। ਪਟਨਾ ਨੂੰ ਹੀ ਪਾਟਲੀਪੁੱਤਰ ਦਾ ਨਾਮ ਦਿੱਤਾ ਗਿਆ ਸੀ, ਜਾਂ ਪਾਟਲੀਪੁੱਤਰ ਨੂੰ ਹੀ ਪਟਨਾ ਦਾ ਨਾਮ ਦਿੱਤਾ ਗਿਆ, ਪਹਿਲਾਂ ਪਾਟਲੀਪੁੱਤਰ ਸੀ। 5 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ, ਕਲਿੰਗ ਦੇ ਯੁੱਧ ਦਾ ਵਰਣਨ ਅਸ਼ੋਕ ਦੇ ਕਿਹੜੇ ਸ਼ਿਲਾਲੇਖ ਵਿੱਚ ਹੈ? ਸੋ ਪਹਿਲੀ ਗੱਲ ਇੱਥੋਂ ਕਲੀਅਰ ਹੁੰਦੀ ਹੈ ਵੀ ਅਸ਼ੋਕ ਨੇ ਬਹੁਤ ਸਾਰੇ ਸ਼ਿਲਾਲੇਖ ਲਿਖੇ। ਸੋ ਉਹਦੇ 13ਵੇਂ ਸ਼ਿਲਾਲੇਖ ਦੇ ਵਿੱਚ ਕਲਿੰਗ ਯੁੱਧ ਦਾ ਵਰਣਨ ਹੈ। ਹੁਣ ਕਲਿੰਗ ਯੁੱਧ ਕੀ ਸੀ? ਇਹ ਯੁੱਧ ਅਜਿਹਾ ਸੀ ਵੀ ਜਿਹੜਾ ਮਤਲਬ ਬਹੁਤ ਤਬਾਹੀ ਹੋਈ ਸੀ, ਲੱਖਾਂ ਦੀ ਗਿਣਤੀ 'ਚ ਲੋਕ ਬੰਦੀ ਬਣਾ ਲਏ ਗਏ ਸੀਗੇ, ਜ਼ਖਮੀ ਹੋ ਗਏ ਸੀ ਅਤੇ ਮਾਰੇ ਗਏ ਸੀ। ਜਿਹੜਾ ਅਸ਼ੋਕ ਸੀ, ਇਹ ਸੁਣਿਆ ਜਾਂਦਾ ਕਥਾਵਾਂ ਨੇਗੀਆਂ ਵੀ ਆਪਣੇ 99 ਭਰਾਵਾਂ ਨੂੰ ਮਾਰ ਕੇ ਇਹ ਰਾਜਾ ਬਣਿਆ ਸੀ। ਇਹਦੇ ਬਹੁਤ ਸਾਰੀਆਂ ਮਤਲਬ ਉਹਦਾ ਪਤਨੀਆਂ ਅਤੇ ਬੱਚੇ ਸੀਗੇ, ਪਰ 2 ਬੱਚੇ ਇਹਦੇ ਮਸ਼ਹੂਰ ਹੁੰਦੇ ਨੇ, ਉਹਨਾਂ ਬਾਰੇ ਪ੍ਰਸ਼ਨ ਪੁੱਛਿਆ ਜਾਂਦਾ ਹੈ, ਮਹਿੰਦਰ ਅਤੇ ਸੰਘਮਿੱਤਰਾ। ਜਦੋਂ ਕਲਿੰਗ ਯੁੱਧ ਤੋਂ ਬਾਅਦ
ਬਹੁਤ ਸਾਰੀ ਤਬਾਹੀ ਹੋ ਗਈ, ਤਾਂ ਇਹਦਾ ਮਤਲਬ ਇਹਦੇ ਮਨ ਨੂੰ ਠੇਸ ਲੱਗੀ, ਤਾਂ ਇਹਨੇ ਬੁੱਧ ਧਰਮ ਅਪਣਾ ਲਿਆ ਸੀਗਾ ਕਲਿੰਗ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ। ਸੋ ਬੁੱਧ ਧਰਮ ਅਪਣਾਉਣ ਤੋਂ ਬਾਅਦ ਇਹਨੇ ਪਰਿਵਾਰ ਨੂੰ ਵੀ ਆਪਣੇ ਨੂੰ ਬੁੱਧ ਧਰਮ ਦੇ ਪ੍ਰਚਾਰ ਚ ਲਾਇਆ। ਮਹਿੰਦਰ ਤੇ ਸੰਘਮਿੱਤਰਾ ਜਿਹੜੇ ਇਹਦੇ ਦੋਨੇ ਬੱਚੇ ਸੀਗੇ, ਉਹਨਾਂ ਨੇ ਵੀ ਪ੍ਰਚਾਰ ਕੀਤਾ ਇਹਦੇ ਨਾਲ। ਸੋ ਜਿਹੜਾ ਮੌਰੀਆ ਵੰਸ਼ ਦਾ ਇਹ ਸ਼ਾਸਕ ਅਸ਼ੋਕ ਸੀ, ਜਿਹਦੀ ਮਹਾਨਤਾ ਬਹੁਤ ਜ਼ਿਆਦਾ ਸੁਣੀ ਜਾਂਦੀ ਹੈ। ਮੌਰੀਆ ਵੰਸ਼ ਦਾ ਆਖਰੀ ਸ਼ਾਸਕ ਕਈ ਵਾਰ ਪੁੱਛ ਲਿਆ ਜਾਂਦਾ ਵੀ ਆਖਰੀ ਸ਼ਾਸਕ ਕੌਣ ਸੀ। ਉਹ ਸੀ ਬ੍ਰਿਹਦਰਥ, ਜਿਹਨੂੰ ਪੁਸ਼ਿਆਮੁੱਤਰ ਸਿੰਘ ਸੀ ਜਿਹੜਾ ਉਹਦਾ ਸੈਨਾਪਤੀ, ਉਹਨੇ ਮਾਰ ਕੇ ਸੁੰਗ ਵੰਸ਼ ਦੀ ਸਥਾਪਨਾ ਕੀਤੀ ਸੀ। ਅਗਲਾ ਪ੍ਰਸ਼ਨ ਕਰਦੇ ਹਾਂ। 6 ਨੰਬਰ ਪ੍ਰਸ਼ਨ ਦੋਸਤੋ ਵੈਰੀ ਇੰਪੋਰਟੈਂਟ ਪ੍ਰਸ਼ਨ ਨੇ। ਅਲਾਦੀਨ ਖਿਲਜੀ ਦਾ ਅਸਲ ਨਾਂ ਕੀ ਸੀ? ਅਲਾਦੀਨ ਖਿਲਜੀ ਮਹਾਨ ਇਨਸਾਨ ਸੀ, ਮਤਲਬ ਬਹੁਤ ਚੜ੍ਹਤ ਵਾਲਾ ਬੰਦਾ ਸੀ ਜੀ ਇਹ ਖਿਲਜੀ ਵੰਸ਼ ਦਾ। ਜਲਾਲੂਦੀਨ ਖਿਲਜੀ ਨੇ ਖਿਲਜੀ ਵੰਸ਼ ਦੀ ਸਥਾਪਨਾ ਕੀਤੀ ਸੀ। ਅੱਗੇ ਜਾ ਕੇ ਅਲਾਦੀਨ ਖਿਲਜੀ ਇਹਦੇ ਵਿੱਚ ਮਸ਼ਹੂਰ ਹੋਇਆ। ਇਹਦਾ ਅਸਲੀ ਨਾਂ ਜਾਂ ਬਚਪਨ ਦਾ ਨਾਂ ਸੀਗਾ ਅਲੀ ਗੁਰਸਾਸਪ। ਇਹਨੇ ਸਿਕੰਦਰ ਏ ਸਾਨੀ, ਮਤਲਬ ਸਿਕੰਦਰ ਏ ਸਾਨੀ ਨਾਂ ਦੀ ਜਿਹੜੀ ਉਪਾਧੀ ਧਾਰਨ ਕੀਤੀ ਸੀ। ਸਿਕੰਦਰੇ ਸਾਨੀ ਪੁੱਛਿਆ ਜਾਂਦਾ ਪ੍ਰਸ਼ਨਾਂ ਦੇ ਵਿੱਚ, ਸਿਕੰਦਰੇ ਸਾਨੀ ਨਾਂ ਦੀ ਉਪਾਧੀ ਕਿਹਨੇ ਧਾਰਨ ਕੀਤੀ? ਅਲਾਦੀਨ ਖਿਲਜੀ ਨੇ ਕੀਤੀ। ਇਹਦੇ ਸਾਮਰਾਜ ਵਿਸਤਾਰ ਜਾਂ ਇਹਦਾ ਸਾਮਰਾਜ ਦਾ ਜਿਹੜਾ ਚਲਾਉਣ ਦਾ ਤਰੀਕਾ ਸੀ ਬੜਾ ਵਧੀਆ ਸੀ, ਮੰਨਿਆ ਜਾਂਦਾ ਹੈ। ਅਲਾਦੀਨ ਖਿਲਜੀ ਨੇ ਮਤਲਬ ਘੋੜਿਆਂ ਨੂੰ ਦਾਗਣ ਦੀ, ਮਤਲਬ ਘੋੜਿਆਂ 'ਤੇ ਨਿਸ਼ਾਨ ਲਾਉਣ ਦੀ ਪ੍ਰਣਾਲੀ ਚਲਾਈ। ਜਿਹੜੇ ਸੈਨਾਪਤੀ ਸੀ ਜਿਹੜੇ ਉਹਦੇ ਵਿੱਚ ਉਹਦੀ ਸੈਨਾ ਦੇ ਵਿੱਚ ਰੱਖੇ ਹੋਏ ਸੀ, ਜਿਹੜੇ ਸੈਨਾਪਤੀ ਸੈਨਿਕ, ਉਹਨਾਂ ਨੂੰ ਇਹ ਨਗਦ ਤਨਖਾਹ ਦੇਣ ਦੇਣੀ ਇਹਨੇ ਪ੍ਰਥਾ ਚਲਾਈ। ਅਤੇ ਹੁਲੀਆ ਛਾਪਣ ਦੀ ਇਹਨੇ ਪ੍ਰਥਾ ਚਲਾਈ ਸੀ, ਵੀ ਮਤਲਬ ਹਰ ਇੱਕ ਸੈਨਿਕ ਦਾ ਹੁਲੀਆ ਛਾਪਿਆ ਜਾਂਦਾ ਸੀ ਵੀ ਉਹਦੀ ਪਹਿਚਾਣ ਹੋ ਜੇ। ਸੋ ਕਈ ਵਾਰ ਪ੍ਰਸ਼ਨ ਪੁੱਛ ਲਿਆ ਜਾਂਦਾ ਵੀ ਘੋੜੇ ਦਾਗਣ ਹੁਲੀਆ ਛਾਪਣ ਦੀ ਪ੍ਰਥਾ ਕਿਹਨੇ ਚਲਾਈ? ਸੋ ਇਹ ਜਲਾਲੂਦੀਨ ਜਿਹੜਾ ਪਹਿਲਾ ਸ਼ਾਸਕ ਸੀਗਾ ਖਿਲਜੀ ਵੰਸ਼ ਦਾ, ਉਹਦਾ ਇਹ ਭਤੀਜਾ ਵੀ ਸੀ ਅਤੇ ਉਹਦਾ ਜਵਾਈ ਵੀ ਸੀ। ਇੱਕ ਮਸ਼ਹੂਰ ਗੱਲ ਪੁੱਛੀ ਜਾਂਦੀ ਹੈ, ਮਲਕ ਕਫੂਰ ਇਹਦਾ ਦਾਸ ਸੀ, ਇਹਦਾ ਨੌਕਰ ਸੀ ਜੋ ਇਹਦੇ ਨਾਲ ਰਹਿੰਦਾ ਸੀ ਸਦਾ, ਮਲਕ ਕਫੂਰ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ 7 ਨੰਬਰ। ਆਗਰਾ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ? ਵੈਰੀ ਇੰਪੋਰਟੈਂਟ ਹੈ ਜੀ। ਸਿਕੰਦਰ ਲੋਧੀ ਨੇ ਕੀਤੀ। ਬਹਿਲੋਲ ਲੋਧੀ ਨੇ ਲੋਧੀ ਵੰਸ਼ ਦੀ ਸਥਾਪਨਾ ਕੀਤੀ। ਬਹਿਲੋਲ ਲੋਧੀ ਦਾ ਮੁੰਡਾ ਹੋ ਗਿਆ ਸਿਕੰਦਰ ਲੋਧੀ। ਸਿਕੰਦਰ ਲੋਧੀ ਨੇ ਆਗਰਾ ਸ਼ਹਿਰ ਵਸਾਇਆ 1504 ਦੇ ਵਿੱਚ। ਫਿਰ ਇਹਨੂੰ 1506 ਦੇ ਵਿੱਚ ਜਾ ਕੇ ਆਪਣੀ ਰਾਜਧਾਨੀ ਬਣਾ ਲਿਆ। ਫਿਰ ਅੱਗੇ ਸਿਕੰਦਰ ਲੋਧੀ ਦਾ ਮੁੰਡਾ ਸੀਗਾ ਇਬਰਾਹਿਮ ਲੋਧੀ, ਜਿਹਦੀ ਜਾ ਕੇ ਬਾਬਰ ਨਾਲ ਪਾਣੀਪਤ ਦੇ ਵਿੱਚ ਯੁੱਧ ਹੁੰਦਾ, ਲੜਾਈ ਹੁੰਦੀ ਹੈ ਅਤੇ ਲੋਧੀ ਵੰਸ਼ ਦਾ ਖਾਤਮਾ ਹੋ ਜਾਂਦਾ। ਸੋ 8 ਨੰਬਰ ਪ੍ਰਸ਼ਨ ਕਰਦੇ ਹਾਂ ਜੀ। ਦਿੱਲੀ ਸਲਤਨਤ ਵਿੱਚ ਵਿਸਵਾ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ? ਅਲਾਉਦੀਨ ਖਿਲਜੀ ਨੇ ਸ਼ੁਰੂ ਕੀਤੀ ਸੀ ਜੀ ਵਿਸਵਾ ਪ੍ਰਣਾਲੀ ਦਿੱਲੀ ਸਲਤਨਤ ਦੇ ਵਿੱਚ। 9 ਨੰਬਰ ਪ੍ਰਸ਼ਨ ਦੋਸਤੋ, ਸੁਲਤਾਨਗੜ੍ਹੀ ਦਾ ਨਿਰਮਾਣ ਕਿਸ ਨੇ ਕਰਵਾਇਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਸੁਲਤਾਨਗੜ੍ਹੀ ਦਾ ਜਿਹੜਾ ਨਿਰਮਾਣ ਕਿਹਨੇ ਕਰਵਾਇਆ ਸੀ? ਇਲਤੁਤਮਿਸ਼ ਨੇ ਕਰਵਾਇਆ ਸੀ ਜੀ। ਇਹ ਇਲਤੁਤਮਿਸ਼ ਨੇ ਸੁਲਤਾਨਗੜ੍ਹੀ ਦਾ ਜਿਹੜਾ ਨਿਰਮਾਣ ਸੀ ਉਹ 1229 ਦੇ ਵਿੱਚ ਇਹਦੇ ਵੱਡੇ ਬੇਟੇ ਦੀ ਨਾ ਮੌਤ ਹੋ ਗਈ ਸੀ। ਇਹਦਾ ਵੱਡਾ ਬੇਟਾ ਸੀਗਾ ਨਸੀਰੂਦੀਨ ਮੁਹੰਮਦ। ਸੋ ਉਹਦੀ ਜਦੋਂ ਡੈਥ ਹੋ ਗਈ, ਉਹਦੀ ਯਾਦ ਦੇ ਵਿੱਚ ਇਹਨੇ ਸੁਲਤਾਨਗੜ੍ਹੀ ਦਾ ਮਕਬਰਾ ਬਣਾਇਆ। ਇਹ ਤੁਰਕਾਂ ਦੁਆਰਾ ਬਣਾਇਆ ਹੋਇਆ ਪਹਿਲਾ ਮਕਬਰਾ ਸੀਗਾ। ਪੁੱਛਿਆ ਜਾਂਦਾ ਵੀ ਤੁਰਕਾਂ ਦੁਆਰਾ ਬਣਾਇਆ ਗਿਆ ਪਹਿਲਾ ਮਕਬਰਾ ਕਿਹੜਾ ਹੈਗਾ? ਸੁਲਤਾਨਗੜ੍ਹੀ ਦਾ ਮਕਬਰਾ ਹੈਗਾ। ਸੋ ਇਲਤੁਤਮਿਸ਼ ਤੋਂ ਬਾਅਦ ਇਹਦੀ ਬੇਟੀ ਰਜ਼ੀਆ ਸੁਲਤਾਨਾ ਮਤਲਬ ਸੁਲਤਾਨ ਬਣੀ ਸੀ। ਸੋ ਕੁਤੁਬ ਮਿਨਾਰ ਦੀ ਨੂੰ ਜਿਹੜਾ ਪੂਰਾ ਕਰਵਾਉਣਾ ਸੀ ਉਹ ਵੀ ਇਲਤੁਤਮਿਸ਼ ਨੇ ਕਰਵਾਇਆ ਸੀ ਜੀ। ਜਿਹੜਾ ਸੀ ਕੁਤਬਦੀਨ ਐਬਕ ਨੇ ਜਿਹੜੀ ਸੀ ਕੁਤਬ ਮਿਨਾਰ ਨੂੰ ਸ਼ੁਰੂ ਕੀਤਾ, ਪਰ ਉਹ ਸਾਰੀ ਨਹੀਂ ਬਣਵਾ ਸਕਿਆ। ਫਿਰ ਇਲਤੁਤਮਿਸ਼ ਨੇ ਜਾ ਕੇ ਉਹਨੂੰ ਪੂਰਾ ਕਰਵਾਇਆ ਸੀ। 10 ਨੰਬਰ ਪ੍ਰਸ਼ਨ ਦੋਸਤੋ, ਭਾਰਤ ਦਾ ਸਭ ਤੋਂ ਵੱਡਾ ਕਿਲ੍ਹਾ ਕਿਹੜਾ ਹੈ? ਸੋ ਚਿਤੌੜਗੜ੍ਹ ਦਾ ਜਿਹੜਾ ਕਿਲ੍ਹਾ ਹੈ ਜੀ, ਭਾਰਤ ਦਾ ਸਭ ਤੋਂ ਵੱਡਾ ਕਿਲ੍ਹਾ ਹੈਗਾ। ਦਿੱਲੀ ਸਲਤਨਤ ਦਾ ਅਸਲੀ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਸੋ ਦਿੱਲੀ ਸਲਤਨਤ ਦੇ ਬਾਰੇ 'ਚ ਪ੍ਰਸ਼ਨ ਪੁੱਛੇ ਜਾਂਦੇ ਨੇ। ਇਹਦਾ ਅਸਲ ਮੋਢੀ ਮੁੱਖ ਸੰਸਥਾਪਕ ਕਿਹਨੂੰ ਮੰਨਿਆ ਜਾਂਦਾ ਹੈ? ਵੈਸੇ ਤਾਂ ਮਤਲਬ ਸਟਾਰਟਿੰਗ ਜਿਹੜੀ ਕਰੀ ਸੀਗੀ ਦਿੱਲੀ ਸਲਤਨਤ ਦੀ, ਉਹ ਕਰੀ ਸੀ ਕੁਤਬਦੀਨ ਐਬਕ ਨੇ, ਜੋ ਗੌਰੀ ਦਾ ਦਾਸ ਸੀ। ਮੁਹੰਮਦ ਗੌਰੀ ਦਾ ਦਾਸ ਸੀ ਕੁਤਬਦੀਨ ਐਬਕ। ਇਹਦਾ ਗਾਹਾਂ ਜਵਾਈ ਸੀਗਾ ਇਲਤੁਤਮਿਸ਼, ਅਤੇ ਇਹਦਾ ਦਾਸ ਵੀ ਸੀ। ਇਲਤੁਤਮਿਸ਼ ਨੂੰ ਦਾਸਾਂ ਦਾ ਦਾਸ ਵੀ ਕਿਹਾ ਜਾਂਦਾ। ਹੁਣ ਇੱਥੇ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਵੀ ਦਿੱਲੀ ਸਲਤਨਤ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ? ਉਹ ਇਲਤੁਤਮਿਸ਼ ਨੂੰ ਮੰਨਿਆ ਜਾਂਦਾ। ਫਿਰ ਕੁਤਬਦੀਨ ਨੂੰ ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਗੌਰੀ ਤੋਂ ਬਾਅਦ ਕੁਤਬਦੀਨ ਨੇ ਹੀ ਦਿੱਲੀ ਸਲਤਨਤ 'ਤੇ ਮੇਨ ਚਲਾਈ ਸੀ ਇਹਨੇ।
ਕਾਰਨ ਇਹ ਸੀ ਵੀ ਕੁਤਬਦੀਨ ਨੇ ਜਿਹੜੀ ਰਾਜਧਾਨੀ ਸੀ ਉਹ ਲਾਹੌਰ ਨੂੰ ਬਣਾਇਆ ਹੋਇਆ ਸੀ, ਲਾਹੌਰ ਨੂੰ ਬਣਾਇਆ। ਜਦੋਂ ਕੁਤਬਦੀਨ ਐਬਕ ਦੀ ਮੌਤ ਹੋ ਗਈ ਤਾਂ ਦਿੱਲੀ ਸਲਤਨਤ ਦਾ ਸ਼ਾਸਕ ਬਣਿਆ ਇਲਤੁਤਮਿਸ। ਫਿਰ ਇਲਤੁਤਮਿਸ ਨੇ ਲਾਹੌਰ ਨੂੰ ਛੱਡ ਕੇ ਦਿੱਲੀ ਨੂੰ ਰਾਜਧਾਨੀ ਬਣਾਇਆ, ਤਾਂ ਦਿੱਲੀ ਸਲਤਨਤ ਦਾ ਮੁੱਖ ਜਿਹੜਾ ਮੋਢੀ ਆ ਉਹ ਫਿਰ ਇਲਤੁਤਮਿਸ ਨੂੰ ਮੰਨਿਆ ਜਾਂਦਾ ਹੈ। ਇਲਤੁਤਮਿਸ ਤੋਂ ਬਾਅਦ ਇਹਦੀ ਬੇਟੀ ਰਜ਼ੀਆ ਸੁਲਤਾਨਾ ਸੁਲਤਾਨ ਬਣੀ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ 12 ਨੰਬਰ। ਰਜ਼ੀਆ ਸੁਲਤਾਨ ਦਾ ਵਿਆਹ ਕਿਸ ਨਾਲ ਹੋਇਆ? ਸੋ ਇਲਤੁਤਮਿਸ ਦੀ ਬੇਟੀ ਸੀ ਇਹ। ਜਿਹੜਾ ਦਿੱਲੀ ਸਲਤਨਤ ਦੇ ਵਿੱਚ ਇੱਕੋ ਹੀ ਔਰਤ ਸ਼ਾਸਕ ਬਣੀ ਹੈ, ਉਹ ਕਿਹੜੀ ਹੈਗੀ? ਰਜ਼ੀਆ ਸੁਲਤਾਨਾ। ਇਹ ਅਲਤੂਨੀਆ ਨਾਲ ਇਹਦਾ ਵਿਆਹ ਹੋਇਆ ਸੀ ਜੀ। ਅਲਤੂਨੀਆ ਕੌਣ ਸੀ? ਬਠਿੰਡੇ ਦੇ ਕਿਲੇ ਵਿੱਚ ਰਹਿੰਦਾ ਹੁੰਦਾ ਸੀ, ਬਠਿੰਡੇ ਦਾ ਸੀਗਾ ਇਹ ਅਲਤੂਨੀਆ। 7 ਨੰਬਰ ਆਪਾਂ 12 ਨੰਬਰ ਕਰ ਗਏ, ਇੱਥੇ ਗਲਤੀ ਹੋ ਗਈ, ਇੱਥੇ 13 ਨੰਬਰ ਪ੍ਰਸ਼ਨ ਹੈ ਜੀ ਇਹ, 13 ਕਰ ਲਿਓ ਨੋਟ। ਕਿਹੜੇ ਮੁਗਲ ਸ਼ਾਸਕ ਨੇ ਆਪਣੇ ਰਾਜ ਵਿੱਚ ਤੰਬਾਕੂ ਤੇ ਪਾਬੰਦੀ ਲਵਾਈ? ਇਹ ਜਹਾਂਗੀਰ ਨੇ ਲਵਾਈ ਸੀ ਜੀ ਤੰਬਾਕੂ ਤੇ ਪਾਬੰਦੀ। ਵੈਰੀ ਇੰਪੋਰਟੈਂਟ ਪ੍ਰਸ਼ਨ ਨੇ। ਜਹਾਂਗੀਰ ਕੌਣ ਸੀ? ਅਕਬਰ ਦਾ ਮੁੰਡਾ ਸੀ ਜੀ ਇਹ। ਅਕਬਰ ਦਾ ਜਿਹੜਾ ਮੁੰਡਾ ਸੀ ਜਹਾਂਗੀਰ, ਜੋ ਕਿ ਅਕਬਰ ਤੋਂ ਬਾਅਦ ਜਾ ਕੇ ਸ਼ਾਸਕ ਬਣਿਆ। ਸੋ ਇਹਨੂੰ ਸਲੀਮ ਵੀ ਕਿਹਾ ਜਾਂਦਾ ਸੀ, ਇਹਦਾ ਨਾਮ ਸਲੀਮ ਵੀ ਸੀਗਾ। ਕਈ ਵਾਰ ਪ੍ਰਸ਼ਨਾਂ 'ਚ ਪੁੱਛ ਲਿਆ ਜਾਂਦਾ ਵੀ ਸਲੀਮ ਕਿਹੜੇ ਸ਼ਾਸਕ ਦਾ ਨਾਂ ਸੀ? ਅਕਬਰ ਦਾ ਨਾਂ ਸੀ। ਇਹਦਾ ਜਹਾਂਗੀਰ ਦਾ ਨਾਂ ਸੀਗਾ, ਅਕਬਰ ਦੇ ਮੁੰਡੇ ਦਾ। 1605 ਤੋਂ ਲੈ ਕੇ 1627 ਤੱਕ ਇਹਨੇ ਰਾਜ ਕੀਤਾ ਸੀਗਾ। ਸੋ ਜੋਧਾ ਬਾਈ ਨਾਲ ਜਿਹੜਾ ਹੈਗਾ ਸੀ, ਇਹ ਜੋਧਾ ਬਾਈ ਦਾ ਮੁੰਡਾ ਸੀ। ਅਕਬਰ ਦੀਆਂ ਬਹੁਤ ਸਾਰੀਆਂ ਪਤਨੀਆਂ ਸੀਗੀਆਂ। ਜਿਹੜੀ ਤੁਹਾਨੂੰ ਮੈਂ ਨੋਟ ਕਰਵਾ ਦਾਂ, ਯੋਧਾ ਅਕਬਰ ਫਿਲਮ ਬਣੀ ਹੋਈ ਹੈ, ਯੋਧਾ ਅਕਬਰ ਇਸ ਤਰ੍ਹਾਂ, ਉਹਦੇ ਵਿੱਚ ਇਹ ਸਾਰੀਆਂ ਗੱਲਾਂ ਕਲੀਅਰ ਹੋ ਜਾਂਦੀਆਂ ਨੇ। ਅਗਲਾ ਪ੍ਰਸ਼ਨ ਜੀ 14 ਨੰਬਰ ਹੈ, ਵੈਸੇ ਮਿਸਟੇਕ ਹੋ ਰਹੀ ਹੈ ਲਿਖਣ ਦੇ ਵਿੱਚ ਲੜੀ ਨੰਬਰ। ਮੋਰ ਸਿੰਘਾਸਣ ਨੂੰ ਭਾਰਤ ਤੋਂ ਕੌਣ ਲੈ ਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਨੋਟ ਕਰ ਲਿਓ। ਮੋਰ ਸਿੰਘਾਸਣ ਬਾਰੇ ਪੁੱਛਿਆ ਜਾਂਦਾ, ਇਹ ਸ਼ਾਹਜਹਾਂ ਨੇ ਬਣਾਇਆ ਸੀ, ਪਹਿਲਾਂ ਤਾਂ ਇਹ ਲਿਖ ਲਿਓ। ਸ਼ਾਹਜਹਾਂ ਨੇ ਇਹਨੂੰ ਬਣਾਇਆ ਸੀ ਜੀ, ਬਹੁਤ ਜ਼ਿਆਦਾ ਪੈਸੇ ਖਰਚ ਕੇ ਬਣਾਇਆ ਸੀ ਇਹਨੂੰ। ਇਹਦੇ ਉੱਤੇ ਕਈ ਵਾਰ ਪੁੱਛਿਆ ਜਾਂਦਾ ਵੀ ਮੋਰ ਸਿੰਘਾਸਣ 'ਤੇ ਬੈਠਣ ਵਾਲਾ ਆਖਰੀ ਸ਼ਾਸਕ ਕੌਣ ਸੀਗਾ? ਸੋ ਉਹ ਸੀ ਜੀ ਮੁਹੰਮਦ ਸ਼ਾਹ ਰੰਗੀਲਾ। ਇਹਨੂੰ ਲੈ ਕੌਣ ਗਿਆ ਸੀ? ਨਾਦਰ ਸ਼ਾਹ। ਕਦੋਂ ਲੈ ਗਿਆ ਸੀਗਾ? 1739 ਦੇ ਵਿੱਚ ਈਰਾਨ ਲੈ ਗਿਆ ਸੀ ਆਪਦੇ ਨਾਲ। 1739 ਦੇ ਵਿੱਚ ਜਦੋਂ ਮੁਹੰਮਦ ਸ਼ਾਹ ਮਤਲਬ ਆਇਆ ਸੀਗਾ, ਸ਼ਾਹਜਹਾਂ ਨੇ ਇਹ ਬਣਾਇਆ ਸੀ। ਨਾਦਰ ਸ਼ਾਹ ਆਇਆ ਸੀ ਜਦੋਂ ਮਤਲਬ ਭਾਰਤ 'ਤੇ ਰਾਜ ਕਰਨ ਜਾਂ ਭਾਰਤ ਨੂੰ ਲੁੱਟਣ, ਤਾਂ 1739 ਦੇ ਵਿੱਚ ਇਹਨੂੰ ਵੀ ਇਹ ਨਾਲ ਲੈ ਗਿਆ ਸੀ। ਸ਼ਾਹਜਹਾਂ ਦੁਆਰਾ ਬਣਾਏ ਹੋਏ ਮੌਰ ਮੁਕਟ ਵੀ ਕਹਿ ਦਿੰਦੇ ਨੇ, ਮੌਰ ਸਿੰਘਾਸਣ ਵੀ ਕਹਿ ਦਿੰਦੇ ਨੇ। ਸੋ ਮੁਹੰਮਦ ਸ਼ਾਹ ਰੰਗੀਲਾ ਆਖਰੀ ਸ਼ਾਸਕ ਸੀ ਜਿਹੜਾ ਇਹਦੇ ਉੱਤੇ ਬੈਠਿਆ ਸੀ। 15ਵਾਂ ਪ੍ਰਸ਼ਨ ਜੀ, ਬੀਬੀ ਦਾ ਮਕਬਰਾ ਕਿੱਥੇ ਆ? ਔਰੰਗਾਬਾਦ ਦੇ ਵਿੱਚ ਹੈ ਜੀ ਬੀਬੀ ਦਾ ਮਕਬਰਾ। ਭਾਰਤ ਵਿੱਚ ਮੁਗਲ ਸਾਮਰਾਜ ਦੀ ਸਥਾਪਨਾ ਕਿਸ ਨੇ ਕੀਤੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਭਾਰਤ ਵਿੱਚ ਮੁਗਲ ਸਾਮਰਾਜ ਦੀ ਸਥਾਪਨਾ ਕਿਹਨੇ ਕੀਤੀ? ਬਾਬਰ ਨੇ ਕੀਤੀ ਸੀ ਜੀ। ਬਾਬਰ ਨਾਲ ਸੰਬੰਧਿਤ ਪ੍ਰਸ਼ਨ ਹੈ। ਆਪਾਂ ਪਹਿਲਾਂ ਵੀ ਤੁਹਾਨੂੰ ਨੋਟ ਕਰਾਇਆ ਵੀ ਇਬਰਾਹਿਮ ਲੋਧੀ ਸੀ ਜਿਹੜਾ, ਪਹਿਲਾਂ ਬਹਿਲੋਲ ਲੋਧੀ, ਉਹਦਾ ਮੁੰਡਾ ਸਿਕੰਦਰ ਲੋਧੀ, ਸਿਕੰਦਰ ਲੋਧੀ ਦਾ ਮੁੰਡਾ ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਨਾਲ ਬਾਬਰ ਦਾ ਮੁਕਾਬਲਾ ਹੋਇਆ। ਇਬਰਾਹਿਮ ਲੋਧੀ ਥੋੜ੍ਹਾ ਜਿਹਾ ਨਾ ਟੇਢਾ ਬੰਦਾ ਸੀ, ਉਹਦੀਆਂ ਨੀਤੀਆਂ ਭੈੜੀਆਂ ਸੀ। ਉਹਦੇ ਚਾਚੇ ਤਾਈ ਉਹ ਤੋਂ ਖਿਲਾਫ ਹੋ ਗਏ ਸੀ। ਰਾਣਾ ਸਾਂਗਾ ਸੀ ਜਿਹੜਾ ਹਿੰਦੂ ਧਰਮ ਦਾ, ਉਹ ਵੀ ਉਹਦੇ ਖਿਲਾਫ ਹੋ ਗਿਆ ਸੀ। ਫਿਰ ਉਹਨਾਂ ਨੇ ਸਾਰਿਆਂ ਨੇ ਰਲ ਕੇ ਮਤਲਬ ਬਾਬਰ ਨੂੰ ਸੱਦਾ ਦਿੱਤਾ ਵੀ ਇਹ ਬੰਦਾ ਸਾਨੂੰ ਤੰਗ ਕਰਦਾ, ਮਾੜਾ ਜਿਹਾ ਇਹਨੂੰ ਸੁਧਾਰ ਆ ਕੇ। ਤਾਂ ਫਿਰ ਬਾਬਰ ਆਇਆ ਫਰਗਣਾ ਤੋਂ, ਉੱਥੋਂ ਫਰਗਣਾ ਦਾ ਸ਼ਾਸਕ ਸੀ ਬਾਬਰ, ਅਤੇ ਉੱਥੋਂ ਇਹ ਆਇਆ ਤਾਂ 21 ਅਪ੍ਰੈਲ, ਯਾਦ ਰੱਖਿਓ, ਨੋਟ ਕਰ ਲਓ ਗੱਲ, 21 ਅਪ੍ਰੈਲ 1526 ਨੂੰ ਪਾਣੀਪਤ ਦੀ ਪਹਿਲੀ ਲੜਾਈ ਹੋਈ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ। ਇਬਰਾਹਿਮ ਲੋਧੀ ਹਾਰ ਗਿਆ, ਬਾਬਰ ਦੀ ਜਿੱਤ ਹੋਈ ਅਤੇ ਬਾਬਰ ਨੇ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਭਾਰਤ ਦੇ ਵਿੱਚ। ਸੋ ਇਹ ਮਤਲਬ ਜਿੱਤਿਆ ਕਿਉਂ ਸੀ? ਕਈ ਵਾਰ ਐਂ ਵੀ ਪੁੱਛ ਲੈਂਦੇ ਵੀ ਪਾਣੀਪਤ ਦੀ ਲੜਾਈ ਦੇ ਵਿੱਚ ਬਾਬਰ ਦੀ ਹੀ ਜਿੱਤ ਕਿਉਂ ਹੋਈ? ਪਹਿਲੀ ਗੱਲ ਤਾਂ ਉਹਨੇ ਤੁਗਲਮਕਾ ਵਿਧੀ ਸੀਗੀ, ਤੁਲਗਮਾ ਵਿਧੀ ਸੀਗੀ। ਉਹ ਵਿਧੀ ਦੇ ਵਿੱਚ ਕੀ ਸੀ? ਚਾਰੇ ਪਾਸਿਓਂ ਹਮਲਾ ਕਰਨਾ। ਤੁਲਗਮਾ ਵਿਧੀ ਨੂੰ ਪੁੱਛਿਆ ਜਾਂਦਾ ਵੀ ਇਹ ਕੀ ਹੁੰਦੀ ਹੈ? ਚਾਰੇ ਪਾਸਿਓਂ ਹਮਲਾ ਕਰਤਾ ਸੀ ਉਹਨੇ। ਫਿਰ ਇਹਦੇ ਵਿੱਚ ਇਹਨਾਂ ਨੇ ਤੋਪਾਂ ਵਰਤੀਆਂ ਸੀ ਜੀ ਪਹਿਲੀ ਵਾਰ। ਕਿਹੜੀ ਲੜਾਈ 'ਚ ਪਹਿਲੀ ਵਾਰ ਤੋਪਾਂ ਵਰਤੀਆਂ ਗਈਆਂ? ਪਾਣੀਪਤ ਦੀ ਪਹਿਲੀ ਲੜਾਈ ਵਿੱਚ। ਅਤੇ ਇਹ ਤੋਪਾਂ ਦੇ ਜਿਹੜੇ ਤੋਪਚੀ ਸੀਗੇ, ਕਈ ਵਾਰ ਉਹਨਾਂ ਦਾ ਨਾਂ ਪੁੱਛ ਲਿਆ ਜਾਂਦਾ, ਮੁਸਤਫਾ ਅਤੇ ਉਸਤਾਦ ਅਲੀ, ਇਹ 2 ਤੋਪਚੀ ਸੀਗੇ। ਮੇਨ ਕਾਰਨ ਇਹ ਵੀ ਮੰਨਿਆ ਜਾਂਦਾ ਜਿਹੜਾ ਇਬਰਾਹਿਮ ਲੋਧੀ ਸੀ ਉਹਦੀ ਸੈਨਾ ਦੇ ਵਿੱਚ ਹਾਥੀ ਬਹੁਤ ਜ਼ਿਆਦਾ ਸੀਗੇ। ਜਦੋਂ ਇੱਧਰੋਂ ਤੋਪਾਂ ਦੇ ਗੋਲੇ ਸੁੱਟੇ ਗਏ ਤਾਂ ਹਾਥੀ ਭੱਜਣ ਲੱਗ ਗਏ ਅਤੇ ਉਹਨਾਂ ਨੇ ਆਪਦੀ ਸੈਨਾ ਨੂੰ ਹੀ ਕੁਚਲਤਾ। ਸੋ ਇਹ ਗੱਲਾਂ ਵੀ ਨੋਟ ਕਰਕੇ ਰੱਖਿਓ। ਅਤੇ ਇਹਦੇ ਵਿੱਚ
ਬਾਬਰ ਨਾਲ ਜਦੋਂ ਇਬਰਾਹਿਮ ਲੋਧੀ ਦੀ ਲੜਾਈ ਹੋਈ ਉਹ ਮਾਰਿਆ ਗਿਆ, ਤਾਂ ਇੱਥੇ ਮੇਨ ਗੱਲ ਇਹ ਪੁੱਛੀ ਬਣ ਜਾਂਦੀ ਹੈ ਵੀ ਇਬਰਾਹਿਮ ਲੋਧੀ ਇਹੋ ਜਿਹਾ ਪਹਿਲਾ ਸ਼ਾਸਕ ਸੀਗਾ ਦਿੱਲੀ ਸਲਤਨਤ ਦਾ ਜਿਹੜਾ ਯੁੱਧ ਵਿੱਚ ਮਾਰਿਆ ਗਿਆ ਸੀ। ਦਿੱਲੀ ਸਲਤਨਤ ਦੇ ਬਹੁਤ ਸ਼ਾਸਕ ਹੋਏ ਨੇ, ਪਰ ਕੋਈ ਵੀ ਯੁੱਧ ਵਿੱਚ ਨਹੀਂ ਮਾਰਿਆ ਗਿਆ, ਕੋਈ ਬਿਮਾਰੀ ਨਾਲ ਮਰ ਗਿਆ, ਕੋਈ ਕਿਤੇ ਡਿੱਗ ਕੇ ਮਰ ਗਿਆ। ਸੋ ਇਹ ਪਹਿਲਾ ਸ਼ਾਸਕ ਸੀ ਇਬਰਾਹਿਮ ਲੋਧੀ ਜਿਹੜਾ ਮਤਲਬ ਯੁੱਧ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, 17 ਨੰਬਰ ਪ੍ਰਸ਼ਨ, ਬਾਬਰ ਕਿੱਥੋਂ ਦਾ ਸ਼ਾਸਕ ਸੀ? ਬਾਬਰ ਜੀ ਇਹ ਫਰਗਣਾ ਦਾ ਸੀਗਾ। ਬਾਬਰ ਦੇ ਨਾਲ ਸੰਬੰਧਿਤ ਜੇ ਆਪਾਂ ਗੱਲ ਕਰੀਏ, ਬਾਬਰ ਦੋ ਜਾਤੀਆਂ ਦਾ ਸੁਮੇਲ ਸੀ ਜੀ, ਦੋ ਵੰਸ਼ਾਂ ਦਾ ਸੁਮੇਲ ਸੀ। ਇਹਦੀ ਜਿਹੜੀ ਮਾਂ ਸੀ ਉਹ ਹੋਰ ਵੰਸ਼ ਦੀ ਸੀ, ਹੋਰ ਘਰਾਣੇ ਹੋਰ ਖਾਨਦਾਨ ਦੀ ਸੀ। ਇਹਦਾ ਡੈਡੀ ਜਿਹੜਾ ਇਹਦੇ ਫਾਦਰ ਸਾਹਿਬ ਸੀਗੇ ਉਹ ਹੋਰ ਦੇ ਸੀ, ਮਤਲਬ ਜਿਹੜਾ ਇਹਦਾ ਫਾਦਰ ਸਾਹਿਬ ਸੀ ਉਹ ਮੰਗੋਲ ਜਾਤੀ ਨਾਲ ਸੰਬੰਧਿਤ ਸੀਗੇ, ਇਹਦੀ ਮਾਤਾ ਸੀ ਜਿਹੜੀ ਉਹ ਤੁਰਕ ਜਾਤੀ ਨਾਲ ਸੰਬੰਧਿਤ ਸੀ। ਫਿਰ ਇਹ ਦੋਨਾਂ ਦੇ ਸੁਮੇਲ ਤੋਂ ਗਾਹਾਂ ਮੁਗਲ ਇਹਨਾਂ ਦਾ ਨਾਮ ਟਿਕਿਆ। ਮੁਗਲਾਂ ਨੂੰ ਕਾਹਤੋਂ? ਮੁਗਲ ਦਾ ਮਤਲਬ ਕੀ ਹੈ? ਬਹਾਦਰ। ਸੋ ਇਹਦੀ ਪਤਨੀ ਸੀ ਜਿਹੜੀ ਬਾਬਰ ਦੀ ਉਹ ਸੀ ਮਹਮ ਆਂਗਾ, ਪਤਨੀ ਜਿਹੜੀ ਸੀ ਮਹਮ ਆਂਗਾ। ਸੋ ਇਹ ਗੱਲ ਯਾਦ ਰੱਖਣਾ, ਬਾਬਰ ਫਰਗਣਾ ਦਾ ਸ਼ਾਸਕ ਸੀ, ਪਤਨੀ ਦਾ ਨਾਮ ਸੀ ਮਹਮ ਆਂਗਾ। 18 ਨੰਬਰ ਪ੍ਰਸ਼ਨ ਜੀ, ਬਾਬਰ ਦੀ ਆਤਮ ਕਥਾ ਦਾ ਨਾਂ। ਸੋ ਬਾਬਰਨਾਮਾ ਵੀ ਕਿਹਾ ਜਾਂਦਾ, ਇਹਨੂੰ ਤੁਜ਼ਕੇ ਬਾਬਰੀ ਵੀ ਕਿਹਾ ਜਾਂਦਾ। ਸੋ ਇਹ ਤੁਰਕੀ ਦੇ ਵਿੱਚ ਲਿਖੀ ਗਈ ਸੀ ਜੀ, ਤੁਰਕੀ ਦੇ ਵਿੱਚ। ਇਹਨੂੰ ਅੱਗੇ ਜਾ ਕੇ ਹੋਰ ਭਾਸ਼ਾਵਾਂ ਦੇ ਵਿੱਚ ਵੀ ਤਬਦੀਲ ਕਰ ਦਿੱਤਾ ਗਿਆ ਸੀ। ਮਸ਼ਹੂਰ ਇਹ ਗੱਲ ਹੈ ਵੀ ਅੰਗਰੇਜ਼ੀ ਦੇ ਵਿੱਚ ਇਹਨੂੰ ਕਿਹਨੇ ਤਬਦੀਲ ਕੀਤਾ, ਕਿਹਨੇ ਅਨੁਵਾਦ ਕੀਤਾ? 1826 ਦੇ ਵਿੱਚ ਅਨੁਵਾਦ ਕੀਤਾ ਤੁਜ਼ਕੇ ਬਾਬਰੀ ਦਾ, ਬਾਬਰ ਦੀ ਆਤਮ ਕਥਾ ਦਾ ਜਿਹੜਾ ਅਨੁਵਾਦ ਸੀਗਾ 1826 ਦੇ ਵਿੱਚ। ਬੈਬਰੀਜ਼ ਨਾਂ ਦੀ ਅੰਗਰੇਜ਼ ਔਰਤ ਸੀ ਇੱਕ, ਉਹਨੇ ਇਹਨੂੰ 1826 ਦੇ ਵਿੱਚ ਮਤਲਬ ਅੰਗਰੇਜ਼ੀ ਦੇ ਵਿੱਚ ਲਿਖਤਾ ਸੀ ਜੀ। 19 ਨੰਬਰ ਪ੍ਰਸ਼ਨ ਦੋਸਤੋ, ਕਨੌਜ ਦੀ ਲੜਾਈ ਵਿੱਚ ਕਿਸ ਦੀ ਜਿੱਤ ਹੋਈ? ਵੈਰੀ ਵੈਰੀ ਇੰਪੋਰਟੈਂਟ ਹੈ ਜੀ। ਸ਼ੇਰ ਸ਼ਾਹ ਸੂਰੀ ਦੀ ਜਿੱਤ ਹੋਈ ਸੀ, ਹਿਮਾਯੂ ਦੇ ਨਾਲ ਲੜਾਈ ਹੋਈ ਸੀ ਜੀ, ਹਿਮਾਯੂ ਦੇ ਨਾਲ ਲੜਾਈ ਹੋਈ ਸੀ ਜੀ। ਇਹ 1540 ਦੇ ਵਿੱਚ। ਇਹਨੂੰ ਬਿਲਗਰਾਮ ਦਾ ਯੁੱਧ ਵੀ ਕਿਹਾ ਜਾਂਦਾ, ਬਿਲਗਰਾਮ ਦਾ ਯੁੱਧ, ਇਹ ਯਾਦ ਰੱਖਿਓ। ਕਨੌਜ ਦੀ ਲੜਾਈ ਨੂੰ ਬਿਲਗਰਾਮ ਦਾ ਯੁੱਧ ਵੀ ਕਿਹਾ ਜਾਂਦਾ। 1540 ਦੇ ਵਿੱਚ ਹੋਈ ਸੀ। ਸ਼ੇਰ ਸ਼ਾਹ ਸੂਰੀ ਜਿੱਤਿਆ ਹਿਮਾਯੂ ਤੋਂ। ਹਿਮਾਯੂ ਕੌਣ ਸੀ? ਬਾਬਰ ਦਾ ਮੁੰਡਾ ਸੀ। ਤੇ ਹਿਮਾਯੂ ਫਿਰ ਉੱਥੋਂ ਭੱਜ ਕੇ ਸਿੰਧ ਚਲਿਆ ਗਿਆ ਸੀ ਤੇ ਸ਼ੇਰ ਸ਼ਾਹ ਸੂਰੀ ਦੀ ਮਤਲਬ ਭਾਰਤ ਦੇ ਵਿੱਚ ਫਿਰ ਕਬਜ਼ਾ ਹੋ ਗਿਆ ਸੀਗਾ। ਅਗਲਾ ਪ੍ਰਸ਼ਨ ਦੇਖਦੇ ਹਾਂ, 20 ਨੰਬਰ ਪ੍ਰਸ਼ਨ ਜੀ, ਹਿਮਾਯੂਨਾਮਾ ਦਾ ਲੇਖ ਕੌਣ ਹੈ? ਸੋ ਹਿਮਾਯੂ ਦੀ ਜੀਵਨੀ ਵੀ ਲਿਖੀ ਸੀ ਕਿਸੇ ਨੇ, ਹਿਮਾਯੂਨਾਮਾ। ਗੁਲਬਦਨ ਬੇਗਮ ਕੌਣ ਸੀ ਜੀ? ਹਿਮਾਯੂ ਦੀ ਭੈਣ ਸੀ ਇਹ, ਹਿਮਾਯੂ ਦੀ ਭੈਣ ਸੀ ਗੁਲਬਦਨ ਬੇਗਮ, ਉਹਨੇ ਹਿਮਾਯੂ ਨਾਂ ਦੀ ਰਚਨਾ ਕੀਤੀ ਸੀ, ਹਿਮਾਯੂ ਦੀ ਜੀਵਨੀ ਤੇ ਆਧਾਰਿਤ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ, 21 ਨੰਬਰ ਪ੍ਰਸ਼ਨ ਦੋਸਤੋ, ਸ਼ੇਰ ਸ਼ਾਹ ਸੂਰੀ ਦਾ ਮੁੱਢਲਾ ਨਾਂ, ਇੱਥੇ ਮੁੱਢਲਾ ਲਿਖਿਆ ਹੋਇਆ ਧਿਆਨ 'ਚ ਰੱਖਣਾ, ਮੁੱਢਲਾ ਨਾਂ ਕੀ ਸੀ ਸ਼ੇਰ ਸ਼ਾਹ ਸੂਰੀ ਦਾ? ਸੋ ਉਹਦਾ ਮੁੱਢਲਾ ਨਾਂ ਸੀ ਜਿਹੜਾ ਫਰੀਦ ਸੀ ਜੀ। ਸ਼ੇਰ ਸ਼ਾਹ ਦਾ ਜਿਹੜਾ ਪ੍ਰਸ਼ਾਸਨ ਸੀ ਉਹ ਪੁੱਛਿਆ ਜਾਂਦਾ, ਸ਼ੇਰ ਸ਼ਾਹ ਸੂਰੀ ਦਾ ਜਿਹੜਾ ਪ੍ਰਸ਼ਾਸਨ ਸੀ ਕਿੰਨੇ ਭਾਗਾਂ 'ਚ ਵੰਡਿਆ ਸੀ? 4 ਭਾਗਾਂ 'ਚ। ਇਹ ਪੁੱਛਿਆ ਜਾਂਦਾ ਬਹੁਤ ਵਾਰ ਪ੍ਰਸ਼ਨ। ਸ਼ੇਰ ਸ਼ਾਹ ਸੂਰੀ ਦਾ ਮੁੱਢਲਾ ਨਾਂ ਫਰੀਦ, ਪ੍ਰਸ਼ਾਸਨ ਉਹਦਾ 4 ਭਾਗਾਂ 'ਚ ਵੰਡਿਆ ਗਿਆ ਸੀ। 22 ਨੰਬਰ ਪ੍ਰਸ਼ਨ, GT ਰੋਡ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ? ਸੋ ਸ਼ੇਰ ਸ਼ਾਹ ਸੂਰੀ ਦੇ ਨਾਲ ਸੰਬੰਧਿਤ ਪ੍ਰਸ਼ਨ ਆ ਰਹੇ ਨੇ, ਤਾਂ GT ਰੋਡ ਨੂੰ ਸ਼ੇਰ ਸ਼ਾਹ ਸੂਰੀ ਮਾਰਗ ਦੇ ਨਾਂ ਨਾਲ ਜਾਣਿਆ ਜਾਂਦਾ, ਪਰ ਇਹਦਾ ਮੁੱਢਲਾ ਨਾਂ ਕੋਈ ਹੋਰ ਸੀ, ਸੜਕ ਏ ਆਜ਼ਮ, ਸੜਕ ਏ ਆਜ਼ਮ ਕਿਹਾ ਜਾਂਦਾ ਸੀ ਇਹਨੂੰ ਪਹਿਲਾਂ ਸ਼ੁਰੂ ਦੇ ਵਿੱਚ, ਫਿਰ ਇਹਨੂੰ ਸ਼ੇਰ ਸ਼ਾਹ ਸੂਰੀ ਮਾਰਗ, ਫਿਰ ਅੱਗੇ GT ਰੋਡ ਕਦੋਂ ਕਿਹਾ ਜਾਣ ਲੱਗਿਆ ਇਹਨੂੰ? 1836 ਦੇ ਵਿੱਚ ਇੱਕ ਨਾ ਗਵਰਨਰ ਜਨਰਲ ਬਣਿਆ ਸੀ ਆਪਣੇ, ਉਹ ਰਿਹਾ ਸੀ 1836 ਤੋਂ 42-43 ਤੱਕ, ਲਗਭਗ 42-43 ਤੱਕ, ਗਵਰਨਰ ਜਨਰਲ ਆਕਲੈਂਡ, ਉਹਨੇ ਇਹਨੂੰ ਨਾਂ ਦਿੱਤਾ ਸੀ GT ਰੋਡ। 23 ਨੰਬਰ ਪ੍ਰਸ਼ਨ, ਜਹਾਂਗੀਰ ਦਾ ਮੁੱਢਲਾ ਨਾਮ, ਮੁੱਢਲਾ ਪੜ੍ਹਿਓ ਇਹਨੂੰ ਗਲਤੀ ਹੋ ਜਾਂਦੀ ਹੈ ਲਿਖਣ ਲੱਗਿਆ, ਸਲੀਮ ਸੀ, ਆਪਾਂ ਪਹਿਲਾਂ ਦੱਸ ਚੁੱਕੇ ਹਾਂ। ਸੇਖੂ ਬਾਬਾ ਇਹਨੂੰ ਇਸ ਤਰ੍ਹਾਂ ਮਤਲਬ ਸੇਖੂ ਜਿਹੜਾ ਹੈਗਾ ਸੀਗਾ ਸੂਫੀ ਸੰਤ ਸੀ ਸੇਖੂ, ਉਹ ਇਹਨੂੰ ਸਲੀਮ ਕਹਿੰਦਾ ਹੁੰਦਾ ਸੀਗਾ। 24 ਨੰਬਰ ਪ੍ਰਸ਼ਨ ਦੋਸਤੋ, ਕਿਹੜੇ ਮੁਗਲ ਸ਼ਾਸਕ ਨੂੰ ਮੁਗਲ ਸਾਮਰਾਜ ਦੇ ਪਤਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ? ਸੋ ਮੁਗਲ ਸ਼ਾਸਕ ਕਿਹੜਾ ਅਜਿਹਾ ਸੀ ਵੀ ਜਿਹਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਉਹਦੇ ਪਤਨ ਵਾਸਤੇ? ਔਰੰਗਜ਼ੇਬ ਨੂੰ, ਕਿਉਂਕਿ ਔਰੰਗਜ਼ੇਬ ਭੈੜਾ ਜਿਹਾ ਇਨਸਾਨ ਸੀ, ਇਹਦੀਆਂ ਦਮਨਕਾਰੀ ਨੀਤੀਆਂ ਸੀ, ਇਹਦਾ ਵਿਰੋਧ ਬਹੁਤ ਜ਼ਿਆਦਾ ਹੋ ਗਿਆ ਸੀ। 25 ਨੰਬਰ ਪ੍ਰਸ਼ਨ ਦੋਸਤੋ ਪੋਲੀਟੀਕਲ ਨਾਲ ਸੰਬੰਧਿਤ ਨੇ, 11ਵਾਂ ਮੌਲਿਕ ਕਰਤੱਵ ਸੰਵਿਧਾਨ ਵਿੱਚ ਕਦੋਂ ਸ਼ਾਮਲ ਕੀਤਾ ਗਿਆ? 2002 ਦੇ ਵਿੱਚ ਸ਼ਾਮਲ ਕੀਤਾ ਗਿਆ।
86ਵੀਂ ਸੰਵਿਧਾਨਕ ਸੋਧ ਹੋਈ ਸੀ। 86ਵੀਂ ਸੰਵਿਧਾਨਕ ਸੋਧ ਕਰਕੇ 2002 ਦੇ ਵਿੱਚ 11ਵਾਂ ਮੌਲਿਕ ਕਰਤੱਵ ਸ਼ਾਮਲ ਕੀਤਾ ਗਿਆ। ਕਿਹੜਾ ਕਰਤੱਵ ਸੀ ਉਹ? 6 ਤੋਂ 14 ਸਾਲ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕਰਤੱਵ ਅਦਾ ਕਰਨ ਮਾਪੇ। ਇਸ ਤਰ੍ਹਾਂ ਦਾ ਸੀਗਾ ਉਹ ਵੀ ਲਾਜ਼ਮੀ ਪੱਧਰ 'ਤੇ, ਮਤਲਬ ਮਾਪਿਆਂ ਨੂੰ ਬੇਨਤੀ, ਮਾਪਿਆਂ ਲਈ ਇਹ ਕਰਤੱਵ ਪੇਸ਼ ਕੀਤਾ ਸੀ ਵੀ ਤੁਸੀਂ 6 ਤੋਂ 14 ਸਾਲ ਦੇ ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਓ। 26 ਨੰਬਰ ਪ੍ਰਸ਼ਨ ਦੋਸਤੋ, ਕਾਨੂੰਨ ਦੇ ਸਾਹਮਣੇ ਸਮਾਨਤਾ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਦਰਜ ਹੈ? ਸੋ ਕਾਨੂੰਨ ਦੇ ਸਾਹਮਣੇ ਸਮਾਨਤਾ, ਸਾਰਿਆਂ ਨੂੰ ਇੱਕੋ ਜਿਹਾ ਬਰਾਬਰ ਸਮਝਣਾ ਕਾਨੂੰਨ ਦੇ ਸਾਹਮਣੇ, ਉਹ ਕਿਹੜੀ ਧਾਰਾ ਜੀ? 14ਵੀਂ ਧਾਰਾ ਦੇ ਵਿੱਚ ਇਹ ਦਰਜ ਹੈ ਵੀ ਕਾਨੂੰਨ ਦੇ ਸਾਹਮਣੇ ਸਾਰੇ ਲੋਕ ਇੱਕੋ ਜਿਹੇ ਨੇ, ਕਿਸੇ ਨਾਲ ਭੇਦਭਾਵ ਨਹੀਂ, ਧਰਮ ਦੇ ਨਾਲ, ਸਿੱਖਿਆ ਦੇ ਸੰਬੰਧਿਤ, ਊਚ ਨੀਚ ਦੇ ਸੰਬੰਧਿਤ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। 27 ਨੰਬਰ, ਮੁੱਢਲੇ ਸੰਵਿਧਾਨ ਵਿੱਚ ਵੋਟਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਸੀ? ਇੱਥੇ ਨੋਟ ਕਰਿਓ ਮੁੱਢਲਾ ਲਿਖਿਆ ਵੀ ਸਟਾਰਟਿੰਗ ਦੇ ਵਿੱਚ ਜਦੋਂ ਸੰਵਿਧਾਨ ਬਣਾਇਆ ਗਿਆ ਉਦੋਂ ਸੰਵਿਧਾਨ ਦੇ ਵਿੱਚ ਕਿੰਨੀ ਉਮਰ ਲਿਖਿਆ ਸੀ ਵੀ ਵੋਟ ਪਾਉਣ ਲਈ? 21 ਸਾਲ ਲਿਖਿਆ ਹੋਇਆ ਸੀ। ਹੁਣ ਅੱਜ ਕੱਲ੍ਹ ਦੇਖੋ 18 ਸਾਲ ਹੈ। 18 ਸਾਲ ਦਾ ਵਿਅਕਤੀ ਮਤਲਬ ਵੋਟ ਪਾ ਸਕਦਾ ਹੈ। ਫਿਰ ਇਹ 21 ਤੋਂ ਜਦੋਂ 18 ਕੀਤੀ, ਇਹ ਕਰੀ ਸੀਗੀ 1988 ਦੇ ਵਿੱਚ। 1988 ਦੇ ਵਿੱਚ 61ਵੀਂ ਸੰਵਿਧਾਨਕ ਸੋਧ ਹੋਈ ਅਤੇ ਇਹ 21 ਤੋਂ 18 ਕਰ ਦਿੱਤੀ ਉਮਰ। 28 ਨੰਬਰ ਪ੍ਰਸ਼ਨ ਦੋਸਤੋ, ਰਾਸ਼ਟਰੀ ਆਪਾਤਕਾਲੀਨ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਲਾਗੂ ਕੀਤਾ ਜਾਂਦਾ ਹੈ? ਸੋ ਰਾਸ਼ਟਰੀ ਆਪਾਤਕਾਲੀਨ, ਰਾਸ਼ਟਰੀ ਐਮਰਜੈਂਸੀ ਕਹਿ ਸਕਦੇ ਹਾਂ, ਧਾਰਾ 352 ਦੇ ਅਧੀਨ। ਜੇ ਰਾਸ਼ਟਰੀ ਰਾਜ ਦੇ ਵਿੱਚ ਰਾਸ਼ਟਰੀ ਰਾਜ ਲਾਗੂ ਹੁੰਦਾ, ਰਾਸ਼ਟਰਪਤੀ ਰਾਜ, ਕਿਸੇ ਰਾਜ ਦੇ ਵਿੱਚ ਰਾਜ ਦੇ ਮੁੱਖ ਮੰਤਰੀ ਨੂੰ, ਉੱਥੋਂ ਦੀ ਸਰਕਾਰ ਨੂੰ ਮਤਲਬ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਹੈ, ਉਹ 356 ਦੇ ਅਧੀਨ ਹੁੰਦਾ। ਜਿਹੜੀ ਵਿੱਤੀ ਐਮਰਜੈਂਸੀ ਹੁੰਦੀ ਹੈ 360 ਦੇ ਅਕੋਰਡਿੰਗ ਹੁੰਦੀ ਹੈ। ਇਹ ਕਦੇ ਵੀ ਨਹੀਂ ਲੱਗੀ, ਵਿੱਤੀ ਐਮਰਜੈਂਸੀ ਹੈ ਜਿਹੜੀ ਭਾਰਤ ਦੇ ਵਿੱਚ ਕਦੇ ਵੀ ਨਹੀਂ ਲੱਗੀ। ਸੋ 356 ਦੇ ਅਧੀਨ ਕਿਸੇ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ, ਪ੍ਰੈਜ਼ੀਡੈਂਟ ਰੂਲ ਜਿਹੜਾ ਹੈਗਾ ਸ਼ਾਸਨ ਸ਼ੁਰੂ ਹੋ ਜਾਂਦਾ। 29 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ, ਸੰਵਿਧਾਨ ਵਿੱਚ 73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਕਦੋਂ ਕੀਤੀ ਗਈ? 73 ਅਤੇ 74 ਇਹ ਸੰਵਿਧਾਨਕ ਸੋਧਾਂ ਕਦੋਂ ਕੀਤੀਆਂ ਗਈਆਂ? 1992 ਦੇ ਵਿੱਚ। ਇਹ ਸੋਧਾਂ ਦੇ ਅਕੋਰਡਿੰਗ ਹੀ ਪੰਚਾਇਤੀ ਰਾਜ ਦੀ ਵਿਵਸਥਾ ਹੋਈ ਸੀ। ਪੰਚਾਇਤੀ ਰਾਜ ਜਿਹੜਾ ਢਾਂਚਾ ਸੀ, ਸਾਰਾ ਸਿਸਟਮ ਸੀ, ਇਹਨਾਂ ਸੋਧਾਂ ਦੇ ਵਿੱਚ ਹੀ ਪੇਸ਼ ਹੋਇਆ ਸੀ। ਸੋ ਦੋਸਤੋ, ਜੇਕਰ ਵੀਡੀਓ ਵਧੀਆ ਲੱਗੇ, ਤੁਹਾਨੂੰ ਵਧੀਆ ਨੌਲੇਜ ਆ ਰਹੀ ਹੋਵੇ, ਤੁਹਾਨੂੰ ਲੱਗਦਾ ਹੋਵੇ ਵੀ ਮਿਹਨਤ ਹੋ ਰਹੀ ਹੈ, ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। 2 ਤੋਂ 4 ਫਰੈਂਡਸ ਤੱਕ ਸ਼ੇਅਰ ਕਰਨਾ। ਸੋ ਇਸੇ ਤਰ੍ਹਾਂ ਆਪਾਂ 1500 ਪ੍ਰਸ਼ਨ ਪੂਰਾ ਕਰਨਾ ਹੈ। ਆਪਣੇ ਚੈਨਲ 'ਤੇ ਤੁਸੀਂ ਜੁੜੇ ਰਹਿਓ। 30 ਨੰਬਰ ਪ੍ਰਸ਼ਨ ਦੋਸਤੋ, 74ਵੀਂ ਸੰਵਿਧਾਨਕ ਸੋਧ ਅਨੁਸਾਰ ਸੰਵਿਧਾਨ ਵਿੱਚ ਕਿਹੜਾ ਭਾਗ ਅਤੇ ਕਿਹੜੀ ਅਨੁਸੂਚੀ ਜੋੜੀ ਗਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਜਿਹੜੀ 74ਵੀਂ ਸੰਵਿਧਾਨਕ ਸੋਧ ਹੋਈ, ਜਦੋਂ ਹੋ ਗਈ ਤਾਂ ਸੰਵਿਧਾਨ ਵਿੱਚ ਕਿਹੜਾ ਭਾਗ ਜੋੜਤਾ ਅਤੇ ਕਿਹੜੀ ਅਨੁਸੂਚੀ ਜੋੜਤੀ? ਕਿਉਂਕਿ ਸਟਾਰਟਿੰਗ ਦੇ ਵਿੱਚ ਭਾਗ ਵੀ ਘੱਟ ਸੀ ਅਤੇ ਅਨੁਸੂਚੀਆਂ ਵੀ ਘੱਟ ਸੀ, ਅਤੇ ਹੁਣ ਭਾਗ ਨੇ ਜਿਹੜੇ ਨੇ ਉਹ ਹੈਗੇ ਨੇ 25, ਅਨੁਸੂਚੀਆਂ ਨੇ ਜਿਹੜੀਆਂ 12 ਨੇਗੀਆਂ। ਸੋ 9ਵਾਂ ਭਾਗ ਜੋੜਿਆ ਗਿਆ ਜੀ। ਸੋ ਅਤੇ 12ਵੀਂ ਜਿਹੜੀ ਅਨੁਸੂਚੀ ਜੋੜੀ ਗਈ। 31 ਨੰਬਰ ਪ੍ਰਸ਼ਨ ਦੋਸਤੋ, ਭਾਰਤੀ ਸੰਵਿਧਾਨ ਨੂੰ ਵਕੀਲਾਂ ਦਾ ਸਵਰਗ ਕਿਸ ਨੇ ਕਿਹਾ? ਸੋ ਜਿਹੜਾ ਸੰਵਿਧਾਨ ਬਣ ਗਿਆ ਸੀ ਜੀ, ਜਦੋਂ ਸੰਵਿਧਾਨ ਤਿਆਰ ਕਰ ਲਿਆ ਤਾਂ ਜਿਹੜੇ ਵੱਖ-ਵੱਖ ਵਿਦਵਾਨ ਸੀ ਉਹਨਾਂ ਨੇ ਆਪਣੀ ਪਰਿਭਾਸ਼ਾ ਦਿੱਤੀ ਸੰਵਿਧਾਨ ਦੇ ਬਾਰੇ 'ਚ। ਇੱਕ ਇਨਸਾਨ ਨੇ ਇਹਨੂੰ ਕਹਿਤਾ ਵੀ ਇਹ ਤਾਂ ਵਕੀਲਾਂ ਦਾ ਸਵਰਗ ਬਣ ਗਿਆ ਭਾਈ, ਵਕੀਲ ਇਹਦੇ ਨਜ਼ਾਰੇ ਲੈਣਗੇ, ਸੰਵਿਧਾਨ ਦੇ ਵਿੱਚ ਇੰਨੀਆਂ ਧਾਰਾਵਾਂ ਜਾਂ ਇੰਨਾ ਕੁਛ ਹੈ, ਵਕੀਲ ਘੁੰਡੀਆਂ ਕੱਢਦੇ ਰਿਹਾ ਕਰਨਗੇ, ਨਜ਼ਾਰਾ ਲੈਣਗੇ, ਵਕੀਲਾਂ ਦਾ ਸਵਰਗ ਆ। ਉਹ ਕਿਹਨੇ ਕਿਹਾ? ਸਰ ਆਈਵਰ ਜੇਨਿੰਗਰ ਨੇ। ਸਰ ਆਈਵਰ ਜੇਨਿੰਗਰ, ਇਹਨੇ ਇਹ ਕਿਹਾ ਸੀ ਭਾਰਤੀ ਸੰਵਿਧਾਨ ਨੂੰ ਵਕੀਲਾਂ ਦਾ ਸਵਰਗ। 32 ਨੰਬਰ ਪ੍ਰਸ਼ਨ ਦੋਸਤੋ, ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੁਣ ਤੱਕ ਕਿੰਨੀ ਵਾਰ ਸੋਧ ਕੀਤੀ ਜਾ ਚੁੱਕੀ ਹੈ? ਸੋ ਜਿਹੜੀ ਪ੍ਰਸਤਾਵਨਾ ਹੈਗੀ ਸੰਵਿਧਾਨ ਦਾ, ਜਿਹੜਾ ਪਹਿਲਾ ਪੇਜ ਹੈ ਜਿਹੜੇ 'ਤੇ ਲਿਖਿਆ ਵੀ ਅਸੀਂ ਭਾਰਤੀ ਲੋਕ ਭਾਰਤ ਨੂੰ ਗਣਤੰਤਰੀ ਦਿਵਸ, ਐਂ ਜੇ ਲਿਖਿਆ ਹੋਈਆਂ ਇਸ ਤਰ੍ਹਾਂ ਦੀ ਭਾਸ਼ਾ, ਪਹਿਲੇ ਪੇਜ ਦੇ ਵਿੱਚ ਪ੍ਰਸਤਾਵਨਾ ਕਹਿੰਦੇ ਉਹਨੂੰ, ਪਹਿਲੇ ਪੇਜ ਨੂੰ, ਇਹ ਯਾਦ ਰੱਖਣਾ, ਪ੍ਰੀਅੰਬਲ। ਸੋ ਉਹਦੇ ਵਿੱਚ ਕਿੰਨੀ ਵਾਰ ਸੋਧ ਹੋਈ ਹੈ? ਇੱਕ ਵਾਰੀ, ਸਿਰਫ ਇੱਕ ਵਾਰ ਸੋਧ ਹੋਈ ਹੈ। ਕਦੋਂ ਹੋਈ ਸੀ ਜੀ? ਉਹ ਹੋਈ ਸੀ 42ਵੀਂ ਸੋਧ ਹੋਈ ਸੀ ਉਹਦੇ 1976 ਦੇ ਵਿੱਚ। 42ਵੀਂ ਜਿਹੜੀ ਸੋਧ ਹੋਈ ਹੈ 1976 ਦੇ ਵਿੱਚ, ਉਸ ਦੇ ਵਿੱਚ ਇਹ ਸੋਧ ਕੀਤੀ ਗਈ ਸੀ। ਇਹਦੇ ਵਿੱਚ 3 ਨਾਮ ਜੋੜੇ ਗਏ ਸੀ ਪ੍ਰਸਤਾਵਨਾ ਦੇ ਵਿੱਚ, 3 ਨਾਮ, 3 ਸ਼ਬਦ,
3 ਸ਼ਬਦ ਹੋਰ ਜੋੜੇ ਗਏ ਸੀ। ਅਗਲਾ ਪ੍ਰਸ਼ਨ ਕਰਦੇ ਹਾਂ। 33 ਨੰਬਰ ਪ੍ਰਸ਼ਨ ਦੋਸਤੋ, ਕਿਹੜੇ ਕੇਸ ਵਿੱਚ ਸਰਵਉੱਚ ਅਦਾਲਤ ਨੇ ਕਿਹਾ ਕਿ ਪ੍ਰਸਤਾਵਨਾ ਸੰਵਿਧਾਨ ਦਾ ਭਾਗ ਨਹੀਂ ਹੈ? ਸੋ ਬਹੁਤ ਸਾਰੇ ਕੇਸ ਲੱਗੇ ਸੀਗੇ ਪ੍ਰਸਤਾਵਨਾ ਦੇ ਉੱਤੇ। ਕਿਹੜੇ ਕੇਸ 'ਚ ਉਹਨਾਂ ਨੇ ਕਹਿਤਾ ਸੀ ਵੀ ਜਿਹੜੀ ਪ੍ਰਸਤਾਵਨਾ ਇਹ ਤਾਂ ਸੰਵਿਧਾਨ ਦਾ ਭਾਗ ਹੀ ਨਹੀਂ ਹੈਗੀ? ਸੋ ਵੇਰੂਵਰੀ ਕੇਸ ਸੀਗਾ 1960 ਦੇ ਵਿੱਚ ਲੱਗਿਆ, ਉਸ ਦੇ ਵਿੱਚ ਇਹ ਕਿਹਾ ਸੀ, ਨੋਟ ਰੱਖਿਓ। 34 ਨੰਬਰ ਪ੍ਰਸ਼ਨ ਦੋਸਤੋ, ਆਜ਼ਾਦੀ ਦੇ ਸਮੇਂ ਕਿੰਨੀਆਂ ਦੇਸੀ ਰਿਆਸਤਾਂ ਸਨ? ਸੋ ਆਜ਼ਾਦੀ ਦੇ ਸਮੇਂ 552 ਦੇਸੀ ਰਿਆਸਤਾਂ ਸੀ। ਇਹਨਾਂ ਰਿਆਸਤਾਂ ਨੂੰ ਮਿਲਾਉਣ ਦਾ ਜਿਹੜਾ ਸਿਹਰਾ ਸੀ ਉਹ ਜਾਂਦਾ ਸੀਗਾ ਵੱਲਭ ਭਾਈ ਪਟੇਲ। ਵੱਲਭ ਭਾਈ ਪਟੇਲ ਨੇ ਜਿਹੜੇ ਆਪਣੇ, ਉਹਨਾਂ ਨੇ ਮਤਲਬ ਉਹ ਗ੍ਰਹਿ ਮੰਤਰੀ ਸੀਗੇ, ਪਹਿਲੀ ਸਰਕਾਰ ਦੇ ਜਿਹੜੇ ਮੰਤਰੀ ਬਣੇ ਸੀ ਗ੍ਰਹਿ ਮੰਤਰੀ ਸੀਗੇ ਉਹ। ਉਹਨਾਂ ਨੇ ਇਹਨਾਂ ਸਾਰੀਆਂ ਦੇਸੀ ਰਿਆਸਤਾਂ ਨੂੰ ਮਿਲਵਰਤਨ ਕਰਕੇ, ਗੱਲਬਾਤ ਕਰਕੇ, ਪੁਲਿਸ ਦੀ ਦਖਲਅੰਦਾਜ਼ੀ ਕਰਕੇ, ਇਸ ਤਰੀਕੇ ਨਾਲ ਇਹਨਾਂ ਨੂੰ ਆਪਣੇ ਭਾਰਤ ਦੇ ਵਿੱਚ ਮਿਲਾ ਲਿਆ ਸੀ। ਇੱਕ ਗੱਲ ਨੋਟ ਰੱਖਿਓ, ਵੱਲਭ ਭਾਈ ਪਟੇਲ ਦਾ ਜਿਹੜਾ ਬੁੱਤ ਬਣਿਆ ਹੋਇਆ, ਉਹਨਾਂ ਦੀ ਜਿਹੜੀ ਹੈ ਬਣੀ ਹੋਈ ਹੈ, ਜਿਹੜੀ ਉਹਨਾਂ ਦੀ ਮੂਰਤੀ ਬੁੱਤ ਬਣਿਆ, ਉਹ ਨਰਮਦਾ ਨਦੀ ਦੇ ਕੰਢੇ ਗੁਜਰਾਤ ਦੇ ਵਿੱਚ ਬਣਿਆ ਹੋਇਆ ਹੈ, ਯਾਦ ਰੱਖਿਓ। 35 ਨੰਬਰ ਪ੍ਰਸ਼ਨ, ਹੈਦਰਾਬਾਦ ਨੂੰ ਭਾਰਤ ਵਿੱਚ ਕਿਵੇਂ ਮਿਲਾਇਆ ਗਿਆ? ਸੋ ਦੇਸੀ ਰਿਆਸਤਾਂ ਦੇ ਵਿੱਚੋਂ ਇੱਕ ਰਿਆਸਤ ਸੀ ਹੈਦਰਾਬਾਦ। ਇਹ ਸਿੱਧੇ ਜਿਹੇ ਤਰੀਕੇ ਨਾਲ ਇਹ ਨਹੀਂ ਸ਼ਾਮਲ ਹੋਏ ਸੀਗੇ, ਸੋ ਇਹ ਪੁਲਿਸ ਕਾਰਵਾਈ ਕਰਕੇ ਇਹਨਾਂ ਨੂੰ ਭਾਰਤ ਦੇ ਵਿੱਚ ਮਿਲਾਇਆ ਗਿਆ ਸੀ ਜੀ। 1956 ਈਸਵੀ ਵਿੱਚ ਦੇਸ਼ ਵਿੱਚ ਕਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਨਿਰਮਾਣ ਹੋਇਆ? ਸੋ 1956 ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਰਾਜਾਂ ਦੀ ਵੰਡ ਹੋਈ ਸੀ ਜੀ, ਭਾਸ਼ਾ ਦੇ ਆਧਾਰ 'ਤੇ। ਉਦੋਂ ਕਿੰਨੇ ਰਾਜ ਬਣੇ? ਫਿਰ 14 ਤਾਂ ਰਾਜ ਬਣੇ, 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ। ਪਹਿਲਾ ਰਾਜ ਬਣਿਆ ਸੀ ਜਿਹੜਾ ਭਾਸ਼ਾ ਦੇ ਆਧਾਰ 'ਤੇ, ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਤੁਸੀਂ ਯਾਦ ਰੱਖਿਓ, ਪੁੱਛ ਲਿਆ ਜਾਂਦਾ ਵੀ ਭਾਸ਼ਾ ਦੇ ਆਧਾਰ 'ਤੇ ਬਣਨ ਵਾਲਾ ਪਹਿਲਾ ਰਾਜ ਆਂਧਰਾ ਪ੍ਰਦੇਸ਼। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, 37 ਨੰਬਰ ਪ੍ਰਸ਼ਨ ਦੋਸਤੋ, ਵਰਤਮਾਨ ਭਾਰਤ ਵਿੱਚ ਕਿੰਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ? ਹੁਣ ਭਾਰਤ ਵਿੱਚ ਕਿੰਨੇ ਰਾਜ ਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ? 28 ਰਾਜ ਨੇ ਜੀ, 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ। ਜੰਮੂ ਕਸ਼ਮੀਰ ਦਾ ਜਦੋਂ ਇਹ ਧਾਰਾ 370 ਖਤਮ ਕਰੀ ਹੈ ਉਦੋਂ 28 ਰਾਜ ਬਣ ਗਏ ਸੀ, ਪਹਿਲਾਂ 29 ਹੋ ਗਏ ਸੀਗੇ। ਜਿਹੜੀ ਇਹ 9 ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਏ ਸੀਗੇ। ਫਿਰ ਇੱਕ ਹੁਣ ਦਮਨ ਤੇ ਦਿਊ ਤੇ ਦਮਨ, ਉਹਨਾਂ ਨੂੰ ਮਿਲਾ, ਦਾਦਰਾ ਨਾਗਰ ਹਵੇਲੀ ਤੇ ਦਮਨ ਨੂੰ ਉਹਨਾਂ ਨੂੰ ਮਿਲਾ ਕੇ ਇੱਕ ਕਰ ਦਿੱਤਾ ਗਿਆ। ਸੋ ਹੁਣ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਨੋਟ ਰੱਖਿਓ। 38 ਨੰਬਰ ਪ੍ਰਸ਼ਨ ਦੋਸਤੋ, ਕਿਹੜੀਆਂ ਧਾਰਾਵਾਂ ਅਧੀਨ ਮਿਲੇ ਅਧਿਕਾਰ ਸਿਰਫ ਭਾਰਤੀ ਨਾਗਰਿਕਾਂ ਲਈ ਨੇ? ਸੋ ਕਿਹੜੀਆਂ ਅਜਿਹੀਆਂ ਧਾਰਾਵਾਂ ਨੇ ਵੀ ਜਿਹੜੇ ਅਧਿਕਾਰ ਮਿਲੇ ਹੋਏ ਨੇ ਉਹ ਸਿਰਫ ਭਾਰਤੀ ਨਾਗਰਿਕਾਂ ਲਈ ਨੇ, ਵੀ ਹੋਰ ਫੋਰਨ ਵਾਲੇ ਲੋਕਾਂ ਲਈ ਨਹੀਂ ਹੈਗੇ? ਵੀ ਉਹ ਕਿਹੜੀਆਂ ਧਾਰਾਵਾਂ ਕਹਿੰਦੀਆਂ ਨੇ ਵੀ ਜਿਹੜੇ ਭਾਈ ਅਧਿਕਾਰ ਮਿਲੇ ਨੇ ਉਹ ਸਿਰਫ ਭਾਰਤੀਆਂ ਲਈ ਨੇ? 15, 16, 19, 29 ਤੇ 30 ਇਹ ਸਾਰੀਆਂ ਧਾਰਾਵਾਂ ਦੇ ਵਿੱਚ ਇਹ ਗੱਲਾਂ ਬਾਤਾਂ ਦਰਜ ਨੇਗੀਆਂ ਵੀ ਜਿੰਨੇ ਵੀ ਅਧਿਕਾਰ ਮਿਲੇ ਹੋਏ ਨੇ ਉਹ ਭਾਰਤੀ ਲੋਕਾਂ ਲਈ ਨੇ। 39 ਨੰਬਰ ਪ੍ਰਸ਼ਨ ਦੋਸਤੋ, ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਕਦੋਂ ਦਿੱਤਾ ਗਿਆ ਸੀ? ਸੋ ਜਿਹੜੀ ਉਹਨਾਂ ਨੂੰ ਧਾਰਾ 370 ਦੇ ਅਧੀਨ ਉਹਨਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀਗਾ, ਉਹ 1954 ਦੇ ਵਿੱਚ ਦਿੱਤਾ ਗਿਆ ਸੀ ਜੀ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਕਿਹੜੀ ਧਾਰਾ ਤਹਿਤ ਦਿੱਤਾ ਗਿਆ? ਆਪਾਂ ਹੁਣੇ ਕਰਿਆ, ਧਾਰਾ 370 ਦੇ ਤਹਿਤ, ਜੋ ਕਿ ਮੋਦੀ ਸਰਕਾਰ ਨੇ ਖਤਮ ਕਰ ਦਿੱਤੀ ਹੈ। 41 ਨੰਬਰ ਪ੍ਰਸ਼ਨ ਦੋਸਤੋ, ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਛੂਆ-ਛਾਤ ਦੀ ਮਨਾਹੀ ਹੈ? ਸੋ ਇਹ ਪ੍ਰਸ਼ਨ ਪੁੱਛ ਲਏ ਜਾ ਸਕਦੇ ਆ ਜੀ। ਪਹਿਲਾਂ ਆਪਾਂ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਪੁੱਛਿਆ ਸੀਗਾ 14ਵੀਂ ਧਾਰਾ 'ਚ। ਇਹ ਛੂਆ-ਛਾਤ ਦੀ ਮਨਾਹੀ ਹੈ ਜਿਹੜੀ ਉਹ ਧਾਰਾ 17 ਦੇ ਵਿੱਚ ਦਰਜ ਹੈ ਜੀ। ਸੰਵਿਧਾਨ ਦੀ ਕਿਹੜੀ ਧਾਰਾ ਉਪਾਧੀਆਂ ਦਾ ਖਾਤਮਾ ਕਰਦੀ ਹੈ? ਆਪਾਂ ਨਾ ਹਿਸਟਰੀ ਦੇ ਵਿੱਚ ਪੜ੍ਹਿਆ ਸੀ ਜਿਵੇਂ ਵੀ ਅਲਾਦੀਨ ਖਿਲਜੀ ਨੇ ਕਿਹੜੀ ਉਪਾਧੀ ਧਾਰਨ ਕੀਤੀ? ਸਿਕੰਦਰੇ ਸਾਨੀ। ਸੋ ਇਸੇ ਤਰ੍ਹਾਂ ਜਿਹੜੇ ਰਾਜੇ ਮਹਾਰਾਜੇ ਸੀ ਨਾ ਉਹ ਉਪਾਧੀਆਂ ਧਾਰਨ ਕਰ ਲੈਂਦੇ ਸੀ। ਫਿਰ ਸੰਵਿਧਾਨ ਦੇ ਵਿੱਚ ਇਹ ਧਾਰਾ ਪਾ ਦਿੱਤੀ ਕਿ ਧਾਰਾ ਨੰਬਰ 18 ਇਹਨਾਂ ਨੇ ਉਪਾਧੀਆਂ ਖਤਮ ਕਰਤੀਆਂ, ਸਿਰਫ 2 ਉਪਾਧੀਆਂ ਰੱਖੀਆਂ, ਇੱਕ ਤਾਂ ਆਰਮੀ ਦੇ ਵਿੱਚ, ਇੱਕ ਮਤਲਬ ਸਿੱਖਿਆ ਵਿਭਾਗ ਦੇ ਵਿੱਚ। ਹੁਣ ਮਤਲਬ ਤੁਸੀਂ ਸੁਣਿਆ ਹੋਊਗਾ ਵੀ ਅਧਿਆਪਕਾਂ ਨੂੰ ਨਾ ਅਵਾਰਡ ਦਿੱਤੇ ਜਾਂਦੇ ਨੇ, ਅਧਿਆਪਕਾਂ ਨੂੰ ਅਵਾਰਡ ਮਿਲਦਾ ਹੁੰਦਾ, ਅਤੇ ਉੱਧਰੋਂ ਆਰਮੀ ਦੇ ਵਿੱਚ ਅਵਾਰਡ ਵਗੈਰਾ ਮਿਲਦੇ ਹੁੰਦੇ ਨੇ। ਹੋਰ ਕਿਸੇ ਵੀ ਸੰਸਥਾ ਵਿਭਾਗ ਦੇ ਵਿੱਚ ਕੋਈ ਅਵਾਰਡ ਵਗੈਰਾ ਨਹੀਂ ਮਿਲਦਾ। 43 ਨੰਬਰ ਪ੍ਰਸ਼ਨ ਦੋਸਤੋ, ਅਮੀਰਾਂ ਦੀ ਪੁਸ਼ਾਕ ਕਿਸ ਕੱਪੜੇ ਨੂੰ ਕਿਹਾ ਜਾਂਦਾ ਹੈ? ਜੀਓਗ੍ਰਾਫੀ ਦੇ ਨਾਲ ਸੰਬੰਧਿਤ ਨੇ, ਰੇਸ਼ਮੀ ਕੱਪੜੇ ਨੂੰ ਅਮੀਰਾਂ ਦੀ ਪੁਸ਼ਾਕ ਕਿਹਾ ਜਾਂਦਾ ਹੈ। ਸਿਲੀਕਾਨ ਘਾਟੀ ਕਿਹੜੇ ਦੇਸ਼ ਵਿੱਚ ਸਥਿਤ ਹੈ? ਸੋ USA ਦੇ ਵਿੱਚ, ਅਮਰੀਕਾ ਦੇ ਵਿੱਚ ਜੀ।
ਸਿਲੀਕਾਨ ਘਾਟੀ, ਭਾਰਤ ਦੀ ਸਿਲੀਕਾਨ ਘਾਟੀ ਕਿੱਥੇ ਹੈ ਜੀ? ਬੰਗਲੌਰ ਦੇ ਵਿੱਚ। ਬੰਗਲੌਰ ਨੂੰ ਭਾਰਤ ਦੀ ਸਿਲੀਕਾਨ ਘਾਟੀ ਮੰਨਿਆ ਜਾਂਦਾ ਹੈਗਾ। 45 ਨੰਬਰ ਪ੍ਰਸ਼ਨ ਦੋਸਤੋ, 2011 ਦੀ ਜਨਗਣਨਾ ਅਨੁਸਾਰ ਆਬਾਦੀ ਪੱਖੋਂ ਭਾਰਤ ਦਾ ਸੰਸਾਰ ਵਿੱਚ ਕਿਹੜਾ ਸਥਾਨ ਹੈ? ਸੋ 2011 ਦੇ ਵਿੱਚ ਜਿਹੜੀ ਜਨਗਣਨਾ ਹੋਈ ਉਦੋਂ ਮਤਲਬ ਦੁਨੀਆ ਦੇ ਵਿੱਚ ਕਿਹੜਾ ਸਥਾਨ ਸੀ ਭਾਰਤ ਦਾ? ਦੂਸਰਾ। ਪਹਿਲਾ ਕਿਹਦਾ? ਚੀਨ ਦਾ। ਜੇਕਰ ਹੁਣ ਜਨਗਣਨਾ ਹੋਊਗੀ, ਜਦੋਂ ਹੁਣ 21 ਚ ਹੋਣੀ ਸੀ, ਕੋਵਿਡ-19 ਦੇ ਕਰਕੇ ਹੋ ਨਹੀਂ ਸਕੀ, ਜਦੋਂ ਵੀ ਹੁੰਦੀ ਹੈ ਤਾਂ ਪਤਾ ਲੱਗੂ ਕਿੰਨੀ ਆਬਾਦੀ ਵੱਧ ਗਈ, ਕਿੰਨੀ ਘਟ ਗਈ, ਕਿਹੜਾ ਸਥਾਨ ਬਣਦਾ ਦੁਨੀਆ ਦੇ ਵਿੱਚ ਭਾਰਤ ਦਾ। 46 ਨੰਬਰ ਪ੍ਰਸ਼ਨ ਦੋਸਤੋ, ਜਨਗਣਨਾ ਕਿੰਨੇ ਸਾਲਾਂ ਬਾਅਦ ਕੀਤੀ ਜਾਂਦੀ ਹੈ? 10 ਸਾਲਾਂ ਬਾਅਦ। 11 ਚ ਹੋਈ ਸੀ, 21 ਚ ਹੋਣੀ ਸੀ, ਹੋ ਨਹੀਂ ਸਕੀ ਬਿਮਾਰੀ ਕਰਕੇ, ਅੱਗੇ ਹੁਣ ਅਨਾਉਂਸਮੈਂਟ ਹੋਊਗੀ। ਭਾਰਤ ਵਿੱਚ ਕਿਸ ਪ੍ਰਾਂਤ ਵਿੱਚ ਸਾਖਰਤਾ ਦਰ ਸਭ ਤੋਂ ਘੱਟ ਹੈ? ਬਿਹਾਰ ਦੇ ਵਿੱਚ ਘੱਟ ਹੈ ਜੀ। ਸਾਖਰਤਾ ਦਾ ਘੱਟ ਪੜ੍ਹੇ ਲਿਖੇ ਲੋਕ ਨੇ ਜਿਹੜੇ, ਉਹ ਬਿਹਾਰ ਰਾਜ ਦੇ ਵਿੱਚ ਨੇ। ਜੇਕਰ ਪੰਜਾਬ ਦੇ ਵਿੱਚ ਜ਼ਿਲ੍ਹਾ ਪੁੱਛ ਲਿਆ ਜਾਵੇ ਵੀ ਘੱਟ ਪੜ੍ਹੇ ਲਿਖੇ ਲੋਕ ਕਿੱਥੇ ਨੇ? ਮਾਨਸਾ 'ਚ। ਜੇਕਰ ਪੰਜਾਬ 'ਚ ਜ਼ਿਲ੍ਹਾ ਪੁੱਛ ਲਿਆ ਜਾਵੇ ਵੀ ਸਭ ਤੋਂ ਵੱਧ ਲੋਕ ਪੜ੍ਹੇ ਲਿਖੇ ਕਿੱਥੇ ਨੇ? ਹੁਸ਼ਿਆਰਪੁਰ। ਇਹ ਤੁਸੀਂ ਯਾਦ ਹੀ ਕਰ ਲੈਣਾ ਇਸ ਤਰ੍ਹਾਂ ਜੋੜ ਕੇ, ਹੁਸ਼ਿਆਰ ਮਤਲਬ ਹੁਸ਼ਿਆਰਪੁਰ। 48 ਨੰਬਰ ਪ੍ਰਸ਼ਨ ਜੀ, ਭਾਰਤ ਦੇ ਕਿਹੜੇ ਰਾਜ ਵਿੱਚ ਲਿੰਗ ਅਨੁਪਾਤ ਸਭ ਤੋਂ ਜ਼ਿਆਦਾ ਹੈ? ਕੇਰਲ ਦੇ ਵਿੱਚ ਲਿੰਗ ਅਨੁਪਾਤ ਸਭ ਤੋਂ ਜ਼ਿਆਦਾ ਜੀ। 49 ਨੰਬਰ ਪ੍ਰਸ਼ਨ ਦੋਸਤੋ, ਭੂਚਾਲ ਰਿਕਾਰਡ ਕਰਨ ਵਾਲੇ ਯੰਤਰ ਨੂੰ ਕੀ ਕਹਿੰਦੇ ਨੇ? ਭੂਚਾਲ ਦਾ ਜਿਹੜਾ ਰਿਕਾਰਡ ਮਾਪਦਾ ਹੈ ਜੀ, ਭੂਚਾਲ ਨੂੰ ਮਾਪਣ ਵਾਲਾ ਜਿਹੜਾ ਯੰਤਰ ਹੈ ਉਹ ਹੈ ਸਿਸਮੋਗ੍ਰਾਫ। ਇੱਥੇ ਸੱਸਾ ਪੜ੍ਹਨਾ, ਸਿਸਮੋਗ੍ਰਾਫ ਹੈ ਜੀ, ਸਿਸਮੋਗ੍ਰਾਫ। ਇਹਦੇ ਦੋ ਪੈਮਾਨੇ ਹੁੰਦੇ ਆ, ਇੱਕ ਤਾਂ ਰਿਕਟਰ, ਧਿਆਨ ਦਿਓ ਜਿਹੜਾ, ਰਿਕਟਰ ਪੈਮਾਨਾ, ਇੱਕ ਮਾਰਕਾਨੀ ਪੈਮਾਨਾ। ਰਿਕਟਰ ਪੈਮਾਨਾ ਕੀ ਹੁੰਦਾ ਵੀ ਇਹਦੀ ਕਿੰਨੀ ਦਰ ਸੀ, ਇਹ ਕਿੰਨਾ ਤੇਜ਼ ਸੀ ਭੂਚਾਲ। ਮਾਰਕਾਨੀ ਪੈਮਾਨਾ ਹੁੰਦਾ ਵੀ ਇਹਦੇ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ। ਸੋ ਸਿਸਮੋਗ੍ਰਾਫ ਪੂਰਾ ਯੰਤਰ ਹੈ ਉਹਦਾ। ਸੋ ਉਹਦੇ ਦੋ ਪੈਮਾਨੇ ਨੇ ਅੱਗੇ। 50 ਨੰਬਰ ਪ੍ਰਸ਼ਨ ਤੁਹਾਡੇ ਲਈ ਹੈ, ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਦਾ ਨਾਂ ਦੱਸਣਾ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ ਜੀ? ਕਮੈਂਟ ਬਾਕਸ ਦੇ ਵਿੱਚ ਹੁਣੀ ਦੱਸ ਦਿਓ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਸੋ ਦੋਸਤੋ, ਵੀਡੀਓ ਦੇ ਤਹਿਤ ਆਪਾਂ ਤੁਹਾਨੂੰ ਇਹ ਸੁਨੇਹਾ ਵੀ ਦੇਣਾ ਵੀ ਆਪਾਂ ਐਂਟੀਟੀ ਤੇ ਆਂਗਣਵਾੜੀ ਸੁਪਰਵਾਈਜ਼ਰ ਦੀਆਂ ਪੋਸਟਾਂ ਦੀ ਤਿਆਰੀ ਦੇ ਵਾਸਤੇ ਨੋਟਸ ਤਿਆਰ ਕਰ ਰਹੇ ਹਾਂ। ਅਗਲੇ ਹਫਤੇ ਤੱਕ ਤੁਹਾਡੇ ਲਈ ਉਪਲਬਧ ਕਰਵਾ ਦੇਵਾਂਗੇ। ਵੈਬਸਾਈਟ ਆਪਣੀ ਤਿਆਰ ਹੋਈ ਜਾਂਦੀ ਹੈ। ਸੋ ਦੋਸਤੋ, ਵੀਡੀਓ ਨੂੰ ਸ਼ੇਅਰ ਕਰਿਓ। ਇਸੇ ਤਰ੍ਹਾਂ 1500 ਜੀਕੇ ਦੇ ਨਾਲ ਸੰਬੰਧਿਤ ਵਨ ਲਾਈਨਰ ਪ੍ਰਸ਼ਨ ਆਪਾਂ ਕਵਰ ਕਰਾਂਗੇ, ਅਤੇ ਜੀਕੇ ਦੇ ਨਾਲ ਸੰਬੰਧਿਤ ਆਪਣੀ MCQ ਦੇ ਰੂਪ ਵਿੱਚ ਵੀ ਲੜੀ ਚੱਲ ਰਹੀ ਹੈ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਅਕੋਰਡਿੰਗ ਆਉਂਦੀ ਹੈ। ਸੋ ਦੋਸਤੋ, ਵੀਡੀਓ ਸ਼ੇਅਰ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।